ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਅਸੀਂ ਗੱਲਬਾਤ ਕਰਾਂਗੇ ਪ੍ਰਵਾਸ ਦੇ ਮੁੱਦੇ ਉੱਤੇ। ਜਿਹੜੇ ਤਾਂ ਆਇਲਸ ਕਰਦੇ ਨੇ ਉਹ ਸ਼ਾਇਦ ਇਹਦੀ ਬਹੁਤੀ ਪਰਵਾਹ ਨਹੀਂ ਕਰਦੇ, ਕਿਉਂਕਿ ਉਹਨਾਂ ਦਾ ਮਕਸਦ ਸਿਰਫ ਇੱਕ ਹੁੰਦਾ ਹੈ ਕਿ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾਣਾ ਹੈ। ਕੋਈ ਸਿੱਧੇ ਤੇ ਕੋਈ ਅਸਿੱਧੇ ਢੰਗ ਨਾਲ ਚਲਾ ਜਾਂਦਾ ਹੈ, ਪਰ ਬਾਅਦ ਦੇ ਵਿੱਚ ਜਿਹੜੀਆਂ ਪਰੇਸ਼ਾਨੀਆਂ ਹੁੰਦੀਆਂ, ਜਿਹੜੇ ਕਿੱਸੇ ਸਾਨੂੰ ਸੁਣਨ ਨੂੰ ਮਿਲਦੇ ਨੇ। ਚਰਚਾ ਇਸ ਲਈ ਛਿੜੀ ਹੈ ਕਿਉਂਕਿ ਜੋ ਕੁਝ ਹੁਣ ਲਵਪ੍ਰੀਤ ਤੇ ਬੇਅੰਤ ਦਾ ਮਾਮਲਾ, ਕੈਨੇਡਾ ਦੀ ਲੜਕੀ ਇੱਥੋਂ ਪੰਜਾਬ ਤੋਂ ਭੇਜੀ ਗਈ ਸੀ, ਉਹਦੇ ਤੋਂ ਬਾਅਦ ਲੱਖਾਂ ਨਹੀਂ ਜਿਹੜੇ ਕੇਸ ਨੇ, ਲੱਖਾਂ ਹੀ ਉਹ ਪੰਜਾਬ ਦੇ ਵਿੱਚੋਂ ਸਾਹਮਣੇ ਆਏ ਨੇ। ਬਹੁਤ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਕੁੜੀਆਂ ਨੇ ਠੱਗ ਲਿਆ, ਬਹੁਤ ਇਹੋ ਜਿਹੇ ਨੇ ਜਿਹੜੇ ਕਹਿੰਦੇ ਮੁੰਡਿਆਂ ਨੇ ਠੱਗ ਲਿਆ। ਪਰ ਇਹ ਆਖਿਰਕਾਰ ਸਮੱਸਿਆ ਪੰਜਾਬ ਦੇ ਵਿੱਚ ਪੈਦਾ ਕਿੱਥੋਂ ਹੋਈ, ਇਹਦੀ ਜੜ ਕੀ ਆ, ਉਹਦੇ ਤੋਂ ਸ਼ੁਰੂਆਤ ਕਰਾਂਗੇ। ਮੇਰੇ ਨਾਲ ਐਡਵੋਕੇਟ ਦਲਜੀਤ ਕੌਰ ਜੀ ਮੌਜੂਦ ਨੇ, ਜੋ ਇਹਨਾਂ ਮਾਮਲਿਆਂ ਦੇ ਵਿੱਚ ਚੰਗੀ ਪੜਤਾਲ, ਘੋਖ ਪੜਤਾਲ ਰੱਖਦੇ ਨੇ, ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹ ਆਪਣੇ ਬਾਰੇ ਸਾਰਾ ਦੱਸਣਗੇ। ਪਹਿਲਾਂ ਉਹ ਤੋਂ ਸ਼ੁਰੂ ਕਰਾਂਗੇ। ਐਪੀਸੋਡ ਰੱਖਾਂਗੇ, ਇਹਦੇ ਵਿੱਚ ਵੱਖ-ਵੱਖ ਜਿਹੜੇ ਪਹਿਲੂ ਹੁੰਦੇ ਨੇ ਉਹਨਾਂ ਤੇ ਅਸੀਂ ਚਰਚਾ ਕਰਾਂਗੇ। ਸਾਡਾ ਪਹਿਲਾ ਐਪੀਸੋਡ ਆ। ਇਹਦੇ ਵਿੱਚ ਅਸੀਂ ਗੱਲਬਾਤ ਸਿਰਫ ਜਿਹੜੀ ਮੁੱਢਲੀ ਸ਼ੁਰੂਆਤ ਜਿਹੜੀ ਹੁੰਦੀ ਹੈ ਪ੍ਰਵਾਸ ਦੀ, ਆਖਿਰਕਾਰ ਉਹਦੇ ਪਰਿਵਾਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਕੇਸ ਸਾਹਮਣੇ ਆਉਂਦੇ ਨੇ, ਕੀ ਦਿੱਕਤਾਂ ਹੁੰਦੀਆਂ, ਉਹਦੇ ਤੋਂ ਕਰਾਂਗੇ। ਸਵਾਗਤ ਹੈ ਤੁਹਾਡਾ ਦਲਜੀਤ ਕੌਰ ਜੀ ਪੰਜਾਬਿਸਤਾਨ ਟੀਵੀ ਤੇ। ਧੰਨਵਾਦ ਜੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤੁਸੀਂ ਥੋੜਾ ਆਪਣੇ ਬਾਰੇ ਦੱਸੋ, ਕਿਉਂਕਿ ਮੈਂ ਤਾਂ ਕਾਫੀ ਤੁਹਾਡੀਆਂ ਫੋਟੋਜ਼ ਜਿਹੜੀਆਂ ਤੁਸੀਂ ਤਸਵੀਰਾਂ ਭੇਜੀਆਂ ਉਹਦੇ ਵਿੱਚ ਕਾਫੀ ਕੁਝ ਹੈ ਕਿ ਤੁਸੀਂ ਕੈਨੇਡਾ ਜਾਂ ਯੂਕੇ ਦੇ ਵਿੱਚ ਕਿਸ ਢੰਗ ਦੇ ਨਾਲ, ਮਤਲਬ ਕਿ ਤੁਸੀਂ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਹੋ। ਪ੍ਰਵਾਸ ਦੇ ਉੱਤੇ ਤੁਹਾਡੀ ਖੋਜ ਕਿਸ ਤਰ੍ਹਾਂ ਦੀ, ਉਹ ਥੋੜਾ ਪਹਿਲਾਂ ਆਪਣੇ ਬਾਰੇ ਦੱਸਿਓ। ਬੇਸਿਕਲੀ ਮੈਂ ਐਜ਼ ਐਨ ਐਡਵੋਕੇਟ ਕੰਮ ਕਰਦੀ ਹਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ, ਤੇ ਇਸ ਤੋਂ ਇਲਾਵਾ ਐਜ਼ ਸੋਸ਼ਲ ਐਕਟਿਵਿਸਟ ਮੈਂ ਕੰਮ ਕਰਦੀ ਹਾਂ ਅਲੱਗ-ਅਲੱਗ ਮੁਲਕਾਂ ਦੇ ਵਿੱਚ, ਮੋਰ ਦੈਨ 20 ਕੰਟਰੀਜ਼ ਦੇ ਵਿੱਚ, ਜਿੱਥੇ ਜਿੱਥੇ ਪੰਜਾਬੀ ਜ਼ਿਆਦਾ ਹੈਗੇ ਨੇ ਜਾਂ ਭਾਰਤੀ ਜ਼ਿਆਦਾ ਨੇ, ਉੱਥੇ ਅਸੀਂ ਕੰਮ ਕਰਦੇ ਹਾਂ। ਵੈਸੇ ਤਾਂ ਇੰਡੀਅਨ ਡਾਇਸਪੋਰਾ ਸ਼ਾਇਦ ਦੁਨੀਆ ਦਾ ਸਭ ਤੋਂ ਵੱਡਾ ਡਾਇਸਪੋਰਾ ਹੈਗਾ ਆ, ਔਰ ਇਹ ਲਗਾਤਾਰ ਹਰ ਸਾਲ ਵੱਧਦਾ ਹੀ ਜਾ ਰਿਹਾ। ਤੇ ਲੇਕਿਨ ਅਸੀਂ ਜਿੱਥੇ ਪੰਜਾਬੀ ਜਿਨ੍ਹਾਂ ਨੂੰ ਪ੍ਰੈਫਰੈਂਸਿਸ ਦਿੰਦੇ ਆ ਜਿਹੜੇ ਕੰਟਰੀਜ਼ ਨੂੰ, ਉਹਦੇ ਵਿੱਚ ਖਾਸ ਤੌਰ ਤੇ ਯੂਕੇ ਪਾਰਲੀਮੈਂਟ ਦੇ ਵਿੱਚ ਮੈਨੂੰ ਮੇਰੇ NRI ਇਸ਼ੇ ਦੇ ਉੱਤੇ ਕੰਮ ਕਰਨ ਦੇ ਕਾਰਨ ਹਾਊਸ ਆਫ ਕਾਮਨਸ ਦੇ ਵਿੱਚ ਐਕਸਲੈਂਸ ਅਵਾਰਡ ਵੀ ਦਿੱਤਾ ਗਿਆ। ਔਰ ਹੋਰ ਕੰਟਰੀਜ਼ ਦੇ ਵਿੱਚ ਅਸੀਂ ਪਾਰਲੀਮੈਂਟੇਰੀਅਨਸ ਨਾਲ, ਮਿਨਿਸਟਰੀਜ਼ ਨਾਲ, ਆਪਣੀ NGO ਦੇ ਥਰੂ ਜਿਹੜਾ ਹੈਗਾ 2002 ਤੋਂ NRI ਮੁੱਦਿਆਂ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਜੋ ਲੜਕੇ ਲੜਕੀਆਂ ਨੂੰ ਛੱਡ ਕੇ ਵਿਦੇਸ਼ ਚਲੇ ਜਾਂਦੇ ਸੀ ਔਰ ਫਿਰ ਕਦੀ ਨਾ ਪਰਤਦੇ ਸੀ, ਜਾਂ ਫਿਰ ਉਹਨਾਂ ਨੂੰ ਜਿਹੜਾ ਹੈਗਾ ਉਹ ਉੱਥੇ ਦੂਸਰਾ, ਤੀਸਰਾ, ਚੌਥਾ ਜਾਂ ਕਿੰਨਾ ਵੀ ਵਿਆਹ ਕਰਕੇ ਉੱਥੇ ਆਪਣੀ ਜ਼ਿੰਦਗੀ ਬਤੀਤ ਕਰਦੇ ਸੀ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਇੱਕ ਪਰੰਪਰਾ ਟਾਈਪ ਜਿੱਦਾਂ ਹੁੰਦਾ ਨਾ, ਇੱਕ ਫੈਸ਼ਨ ਜਾਂ ਇੱਕ ਰੁਝਾਨ ਬਣ ਗਿਆ ਸੀਗਾ ਕਿ ਹੌਲੀਡੇ ਬ੍ਰਾਈਡਸ ਕਹਿਣਾ ਸ਼ੁਰੂ ਕਰਤਾ ਸੀ ਲੋਕਾਂ ਨੇ ਸਾਡੀਆਂ ਲੜਕੀਆਂ ਨੂੰ। ਤਾਂ ਜਦੋਂ ਮੈਂ ਪਹਿਲੀ ਵਾਰੀ ਇਹ ਲਫ਼ਜ਼ ਸੁਣਿਆ ਸੀ ਹੌਲੀਡੇ ਬ੍ਰਾਈਡਸ, ਤਾਂ ਮੈਨੂੰ ਮਤਲਬ ਉਹ ਦਿਨ ਯਾਦ ਆਉਂਦੇ ਸੀ ਕਿ ਜਦੋਂ ਮੇਰੇ ਮਾਂ-ਬਾਪ ਜਾਂ ਸਾਨੂੰ ਇਹ ਸਿਖਾਇਆ ਗਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਕੀ ਸੀਗੇ, ਜਾਂ ਕਿਸ ਤਰ੍ਹਾਂ ਪੰਜਾਬ ਦੇ ਦਾ ਇਤਿਹਾਸ ਰਿਹਾ, ਕੀ ਪਿਛੋਕੜ ਹੈ। ਤਾਂ ਉੱਥੇ ਆਪਣੀਆਂ ਬੱਚੀਆਂ ਨੂੰ ਕੋਈ ਹੌਲੀਡੇ ਬ੍ਰਾਈਡਸ ਲਿਖੇ ਤਾਂ ਸ਼ਾਇਦ ਇਹ ਬਹੁਤ ਜ਼ਿਆਦਾ ਮਤਲਬ ਕਦੋਂ ਕਿ ਹਾਰਟ ਟ੍ਰੈਂਬਲਿੰਗ ਚੀਜ਼ ਸੀ ਮੇਰੇ ਲਈ, ਕਿ ਕਹਿੰਦੇ ਨਾ ਕਿ ਝੰਜੋੜ ਕੇ ਰੱਖ ਦਿੱਤਾ। ਤਾਂ ਉਸ ਤੋਂ ਬਾਅਦ ਫਿਰ ਅਸੀਂ NRI ਇਸ਼ੂਜ਼ ਦੇ ਉੱਪਰ ਕੰਮ ਕੀਤਾ। ਉਹਨਾਂ ਦੀਆਂ ਵੀ ਸਮੱਸਿਆਵਾਂ ਨੇ ਜੋ ਦੇਸ਼ ਤੋਂ ਵਿਦੇਸ਼ ਜਾਂਦੇ ਨੇ, ਉੱਥੇ ਉਹਨਾਂ ਦੀਆਂ ਅਲੱਗ ਪ੍ਰੋਬਲਮਸ ਨੇ, ਲੇਕਿਨ ਜੋ ਕੁੜੀਆਂ ਇੱਥੇ ਪਿੱਛੇ ਉਡੀਕਦੀਆਂ ਰਹਿੰਦੀਆਂ ਸੀ ਉਹਨਾਂ ਵਾਸਤੇ ਅਸੀਂ ਫਸਟ ਰਿਪਰੈਜ਼ੈਂਟੇਸ਼ਨ CM ਪੰਜਾਬ ਨੂੰ 2002 ਚ ਦਿੱਤੀ ਸੀਗੀ। ਉਸ ਤੋਂ ਬਾਅਦ ਜਿਹੜੀ ਕਿ 60 ਮੈਂਬਰ ਪਾਰਲੀਮੈਂਟਸ ਦੁਆਰਾ ਸਾਈਨ ਸੀਗੀ, ਰਾਮੂ ਵਾਲੀਆ ਸਾਹਿਬ ਵੀ ਉਹਦੇ ਵਿੱਚ ਉਹਨਾਂ ਜਿਹੜਾ ਹੈਗਾ ਉਹਨਾਂ ਨੇ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਇਨੀਸ਼ੀਏਟਿਵ ਲੈ ਕੇ ਸਾਰਾ ਉਹ ਕੀਤਾ। ਮੈਂ ਲੀਗਲ ਟੀਮ ਨੂੰ ਹੈਡ ਕੀਤਾ। ਤਾਂ ਉਸ ਤੋਂ ਬਾਅਦ ਫਿਰ ਇਹ ਕੰਮ ਚੱਲਦਾ ਜਿਹੜਾ ਹੈਗਾ ਅੱਜ ਮੈਨੂੰ ਤਾਂ 20 ਸਾਲ ਹੋ ਗਏ ਨੇ ਲਗਾਤਾਰ ਇਸ ਦੇ ਉੱਤੇ ਕੰਮ ਕਰਦੇ ਹੋਏ ਨੇ। ਤਾਂ ਹੁਣ ਜਿਹੜਾ ਇਹ ਨਵਾਂ ਰੁਝਾਨ ਦੇਖਣ ਨੂੰ ਮਿਲਿਆ ਹੈਗਾ ਉਹਦੇ ਉੱਤੇ ਕਾਫੀ ਜ਼ਿਆਦਾ ਚਿੰਤਾ ਜ਼ਾਹਰ ਕਰਦਿਆਂ ਨੂੰ ਸਾਨੂੰ ਤਾਂ 3-4 ਸਾਲ ਹੋ ਗਏ ਨੇ, ਤੇ ਕਿ ਸਾਡੀਆਂ ਲੜਕੀਆਂ ਨੂੰ ਹੁਣ ਪਤਾ ਕੀ ਲਿਖਿਆ ਜਾ ਰਿਹਾ, ਬਾਹਰਲੀਆਂ ਜਿਹੜੀਆਂ ਪ੍ਰੈਸ ਹੈਗੀਆਂ ਉਹ ਲਿਖ ਰਹੀਆਂ ਨੇ ਆਈਲਿਸ਼ ਰਾਈਟਸ। ਤਾਂ ਮੈਨੂੰ ਮਤਲਬ ਇਹ ਲੱਗਦਾ ਕਿ ਹੁਣ ਅਸੀਂ ਇੱਕ ਤਰ੍ਹਾਂ ਨਾਲ ਉਹ ਵਕਤ ਆ ਗਿਆ ਜਿੱਥੇ ਸਾਰਾ ਕੁਝ ਜਿਹੜਾ ਹੈਗਾ ਸਾਡੇ ਕਹਿੰਦੇ ਨਾ ਕਿ ਸਾਡੇ ਜਿਹੜੀ ਬੁਣਤੀ ਦੇ ਵਿੱਚ ਜਿੰਨੇ ਵੀ ਹੈਗੇ ਨੇ ਛੇਦ ਨੇ, ਜਾਂ ਮਤਲਬ ਉਹ
ਉਹ ਜ਼ਰਾ ਜ਼ਰਾ ਲੋਕਾਂ ਨੂੰ ਸਾਰਾ ਕੁਝ ਰੇਸ਼ਾ ਰੇਸ਼ਾ ਦਿਖਣਾ ਸ਼ੁਰੂ ਹੋ ਗਿਆ ਕਿ ਸਾਡੀ ਕੰਬਲੀ ਦੇ ਵਿੱਚ ਕਿੰਨੇ ਕੁ ਜਿਹੜੇ ਹੈਗੇ ਆ ਛੇਦ ਹੈਗੇ ਆ, ਜਾਂ ਅਸੀਂ ਕਿੰਨੇ ਕੁ ਜਿਹੜਾ ਇਸ ਵੇਲੇ ਪਰੇਸ਼ਾਨ ਇਹ ਕੰਮ ਦੇ ਵਿੱਚ ਰੁੱਝੇ ਹੋਏ ਆ। ਬਿਲਕੁਲ ਬਿਲਕੁਲ। ਦਲਜੀਤ ਕੌਰ ਜੀ, ਮੁੱਢਲੇ ਤੌਰ ਦੇ ਉੱਤੇ ਜਦੋਂ ਆਪਾਂ ਸ਼ੁਰੂ ਤੋਂ ਗੱਲ ਕਰੀਏ ਕਿ ਪ੍ਰਵਾਸ ਦਾ ਪੰਜਾਬ ਦੇ ਵਿੱਚ, ਹਾਲਾਂਕਿ ਬਾਕੀ ਸੂਬਿਆਂ ਦੀ ਕੀ ਉੱਥੋਂ ਦੀ ਸਥਿਤੀ ਹੈ, ਉੱਥੋਂ ਦੇ ਪ੍ਰਵਾਸੀ ਲਾੜੇ ਲਾੜੀਆਂ ਕਿਵੇਂ ਦੇ ਰਹਿੰਦੇ ਨੇ, ਜਾਂ ਕੋਈ ਸਟੂਡੈਂਟ ਵੀਜ਼ੇ ਤੇ ਜਾਂਦਾ ਹੈ, ਉੱਥੋਂ ਦੀਆਂ ਸੌਦੇਬਾਜ਼ੀਆਂ ਤਾਂ ਨਹੀਂ। ਸਿਰਫ ਅਸੀਂ ਜੇਕਰ ਪੰਜਾਬ ਦੀ ਗੱਲ ਕਰੀਏ, ਅੱਜ ਕੱਲ ਇਹ ਏਦਾਂ ਲਾ ਲਓ ਕਿ ਪਿਛਲੇ ਕੁਝ ਸਾਲਾਂ ਤੋਂ ਮੈਨੂੰ ਇਹ ਲੱਗਦਾ ਕਿ ਕਰੀਬ ਇੱਕ ਦਹਾਕੇ ਤੋਂ ਜਿਹੜਾ ਆ ਇਹ ਰੁਝਾਨ ਲਗਾਤਾਰ ਵੱਧਦਾ ਵੱਧਦਾ ਹੁਣ ਤਾਂ ਸਿਖਰ ਤੇ ਪਹੁੰਚ ਗਿਆ ਕਿ ਅਸੀਂ ਆਇਲਸ ਕਦੇ ਕੁੜੀ ਆਇਲਸ ਲੱਭੀ ਜਿਹੜੀ ਅਸੀਂ ਭਾਲਦੇ ਹਾਂ ਕਿ ਆਇਲਸ ਕੀਤੀ ਹੋਵੇ, ਕਦੇ ਅਸੀਂ ਕਹਿੰਦੇ ਹਾਂ ਕਿ ਮੁੰਡੇ ਨੇ ਆਇਲਸ ਕੀਤੀ ਹੋਵੇ। ਕੋਈ ਬਲੇਮ ਕੁੜੀ ਨੂੰ ਕਰਦਾ ਬਾਅਦ ਵਿੱਚ, ਕੋਈ ਬਾਅਦ ਵਿੱਚ ਮੁੰਡੇ ਨੂੰ ਕਰਦਾ, ਕੋਈ ਉੱਥੇ ਜਾ ਕੇ ਮੁੱਕਰ ਜਾਂਦਾ, ਕੋਈ ਇੱਥੇ ਬੈਠਾ ਮੁੱਕਰ ਜਾਂਦਾ। ਇਹਦੀ ਲੋੜ ਪੰਜਾਬ ਦੇ ਵਿੱਚ ਸਥਿਤੀ ਪੈਦਾ ਕਿਉਂ ਹੋਈ ਆ, ਕਾਰਨ ਕੀ ਹੈ ਇਹਦਾ? ਤੁਸੀਂ ਬਿਲਕੁਲ ਸਹੀ ਇਸ ਮਤਲਬ ਗੱਲ ਕੀਤੀ ਹੈ ਇਹ ਕਿ ਮਤਲਬ ਕਿਤੇ ਕੋਈ ਲੜਕੀ ਪਰੇਸ਼ਾਨ ਹੈ, ਕਿਤੇ ਕੋਈ ਲੜਕਾ ਪਰੇਸ਼ਾਨ ਹੈ, ਕਿਤੇ ਲੜਕੀ ਦੇ ਪੇਰੈਂਟਸ ਪਰੇਸ਼ਾਨ ਨੇ, ਕਿਤੇ ਲੜਕੇ ਦੇ ਪੇਰੈਂਟਸ ਪਰੇਸ਼ਾਨ ਨੇ। ਪਰ ਪਰੇਸ਼ਾਨੀ ਉਹਨਾਂ ਨੂੰ ਹੀ ਪਤਾ ਹੁੰਦੀ ਹੈ, ਉਹ ਪਰਿਵਾਰਾਂ ਨੂੰ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੁੰਦਾ ਹੈ। ਬਾਕੀ ਸਾਰੇ ਜਿਹੜੇ ਹੈਗੇ ਆ, ਤਬਸਰਾ ਇੱਕ ਵਰਡ ਹੁੰਦਾ, ਅਸੀਂ ਸਾਰੇ ਉਹਦੇ ਉੱਤੇ ਜਿਹੜਾ ਹੈਗਾ ਤਬਸਰਾ ਕਰਦੇ ਹਾਂ, ਜਾਂ ਅਸੀਂ ਦੂਸਰੇ ਦੇ ਬਾਰੇ ਜੋ ਸੋਚਦੇ ਹਾਂ ਜਾਂ ਦੇਖਦੇ ਹਾਂ ਉਹ ਅਸੀਂ ਬੋਲ ਦਿੰਦੇ ਹਾਂ। ਲੇਕਿਨ ਜਦੋਂ ਤੁਸੀਂ ਇਹਨਾਂ ਪਰਿਵਾਰਾਂ ਦੇ ਵਿੱਚ ਵੜ ਕੇ ਦੇਖੋਗੇ, ਤੁਹਾਨੂੰ ਪਤਾ ਚੱਲੇਗਾ ਕਿ ਉੱਥੇ ਕਿੰਨੀ ਜ਼ਿਆਦਾ ਜਿਹੜੀ ਹੈਗੀ ਆ, ਸਮਝ ਲਓ ਉਹਨਾਂ ਦੀ ਜ਼ਿੰਦਗੀਆਂ ਬਦਲ ਜਾਂਦੀਆਂ ਇਹਨਾਂ ਚੀਜ਼ਾਂ ਦੇ ਨਾਲ। ਉਹਨਾਂ ਨੇ ਕਰਜ਼ੇ ਲਏ ਹੁੰਦੇ ਆ, ਉਹਨਾਂ ਨੇ ਜਿਹੜਾ ਹੈਗਾ ਕਰਜ਼ੇ ਉਤਾਰਨ ਲਈ ਉਹਨਾਂ ਕੋਲੇ ਕੋਈ ਸਾਧਨ ਨਹੀਂ ਬਚਦੇ, ਜ਼ਮੀਨਾਂ ਵੇਚ ਚੁੱਕੇ ਹੁੰਦੇ ਆ। ਤਾਂ ਇੱਕ ਨਹੀਂ ਮਤਲਬ ਸਮੱਸਿਆਵਾਂ ਅਨੇਕ ਹੁੰਦੀਆਂ ਨੇ। ਪਰ ਪਹਿਲਾਂ ਕੁੜੀਆਂ ਨੂੰ ਜਿਹੜਾ ਹੈਗਾ, ਕਈ ਪੇਰੈਂਟਸ ਸੋਚਦੇ ਨੇ ਵੀ ਚਲੋ ਸਾਡੀ ਕੁੜੀ ਚਲੇ ਜਾਊਗੀ ਤਾਂ ਅਸੀਂ ਵੀ ਸ਼ਾਇਦ ਕਿਸੇ ਵੇਲੇ ਕੈਨੇਡਾ ਜਾ ਸਕਦੇ ਹੈਗੇ ਆ। ਤਾਂ ਜਾਂ ਫਿਰ ਜਿਹੜੇ ਹੈਗੇ ਆ, ਹੁਣ ਲੜਕੇ ਜਿਹੜੇ ਆ ਉਹ ਨਹੀਂ ਆਈਲੈਟਸ ਕਲੀਅਰ ਕਰ ਸਕਦੇ, ਤਾਂ ਉਹ ਲੜਕੀਆਂ ਐਸੀਆਂ ਲੱਭਦੇ ਆ ਜਿਹੜੀਆਂ ਲੜਕੀਆਂ ਪੜ੍ਹੀਆਂ ਲਿਖੀਆਂ ਜਾਂ ਆਈਲੈਟਸ ਦੇ ਉਹਨਾਂ ਦੇ ਅੱਛੇ ਬੈਂਡ ਆਏ ਹੁੰਦੇ ਆ। ਤਾਂ ਮੇਰਾ ਖਿਆਲ ਹੈ ਕਿ ਕੁੱਲ ਮਿਲਾ ਕੇ ਜੇ ਆਪਾਂ ਇਹਨੂੰ ਦੇਖੀਏ ਤਾਂ ਮੇਰੇ ਖਿਆਲ ਹੈ ਬੜੀ ਵਿਸਫੋਟਕ ਸਥਿਤੀ ਇਸ ਵੇਲੇ ਧਾਰਨ ਕੀਤੀ ਹੋਈ ਹੈ ਸਾਰੀ ਚੀਜ਼ ਦੇ ਵਿੱਚ। ਲੇਕਿਨ ਪ੍ਰੋਬਲਮ ਇਹ ਹੈਗੀ ਹੈ ਕਿ ਕੋਈ ਵੀ ਜ਼ਿੰਮੇਦਾਰ ਧਿਰ, ਲਾਈਕ ਜਿਹਦੇ ਕੋਲੇ ਇਸ ਦੇ ਉੱਤੇ ਕੰਮ ਕਰਨ ਦੀ ਸ਼ਕਤੀ ਹੈ, ਹਿੰਮਤ ਹੈ ਜਾਂ ਪਾਵਰ ਹੈਗੀ ਹੈ, ਸੇ ਤੁਸੀਂ ਕਹਿ ਲਓ ਕਿ ਇਸ ਇਸ਼ੂ ਦੇ ਉੱਤੇ ਹਾਲੇ ਤੱਕਰ ਪੁਲਿਸ ਵੱਲੋਂ ਸੇ ਡੀਜੀਪੀ ਇਹਦੇ ਉੱਤੇ ਏਡੀਜੀਪੀ ਲਗਾਏ ਹੋਏ ਆ, NRI ਉਹਨਾਂ ਵੱਲੋਂ, ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਹਦੇ ਤੇ ਕਿਸੇ ਤਰ੍ਹਾਂ ਦੀ ਕੋਈ ਕਲੈਰਿਟੀ ਨਹੀਂ ਆਈ ਕਿ ਪੁਲਿਸ ਨੇ ਇਹਦੇ ਤੇ ਕੀ ਕੰਮ ਕੀਤਾ, ਜਾਂ ਉਹਨਾਂ ਨੇ ਕੋਈ ਸਟੇਟਮੈਂਟ ਦਿੱਤੀ ਹੋਵੇ ਜਾਂ ਕੁਝ ਵੀ ਨਹੀਂ। ਬਸ ਉਹਨਾਂ ਦੇ ਲੜਕੇ ਵਾਲਿਆਂ ਦੀ ਜਿਹੜੀ ਕੰਪਲੇਂਟ ਹੈਗੀ ਹੈ, ਔਰ ਵਿਮਨ ਕਮਿਸ਼ਨ, ਪੰਜਾਬ ਸਟੇਟ ਵਿਮਨ ਕਮਿਸ਼ਨ ਨੇ ਉਹਦੇ ਉੱਤੇ ਜਿਹੜੀ ਹੈਗੀ ਹੈ ਇਨਕੁਆਇਰੀ ਕਰਨ ਲਈ ਉਹਨਾਂ ਨੂੰ ਦੇ ਦਿੱਤੀ ਹੈਗੀ ਹੈ, ਪੰਜਾਬ ਪੁਲਿਸ ਨੂੰ। ਇਸ ਤੋਂ ਇਲਾਵਾ ਅਸੀਂ ਕੋਈ ਸਟੇਟਮੈਂਟ ਨਹੀਂ ਸੁਣੀ। ਤਾਂ ਨਾ ਤਾਂ ਸਾਡੀ ਕੋਈ ਰਿਲੀਜੀਅਸ ਧਿਰ ਸੇ SGPC ਹੈ ਜਾਂ ਕੋਈ ਹੋਰ ਹੈ, ਜਾਂ ਕੋਈ ਜਿਹੜੀ ਹੈਗੀ ਹੈ ਰਾਜਨੀਤਿਕ ਧਿਰ, ਉਹ ਕੋਈ ਅਕਾਲੀ ਦਲ, ਕੋਈ ਕਾਂਗਰਸ, ਕੋਈ ਆਮ ਆਦਮੀ ਪਾਰਟੀ, ਕੋਈ ਵੀ ਧਿਰ ਜਿਹੜੀ ਹੈਗੀ ਆ ਸੰਜੀਦਾ ਤਰੀਕੇ ਨਾਲ ਕਿਸੇ ਨੇ ਵੀ ਇਸ ਗੱਲ ਦੇ ਉੱਤੇ ਜਿਹੜਾ ਹੈਗਾ ਕਦੀ ਵੀ ਕੋਈ ਨਾ ਤਾਂ ਇਹਨੂੰ ਏਜੰਡੇ ਦੇ ਰੂਪ ਚ ਲਿਆ ਹੈਗਾ, ਨਾ ਹੀ ਉਹਨਾਂ ਦਾ ਇਹ ਕੋਈ ਚਿੰਤਾ ਦਾ ਵਿਸ਼ਾ ਹਾਲੇ ਤੱਕ ਉਹਨਾਂ ਨੇ ਜ਼ਾਹਰ ਕੀਤਾ ਹੈ ਕਿ ਇੰਨੇ ਬੱਚੇ ਜਿਹੜੇ ਹੈਗੇ ਆ ਹਰ ਸਾਲ ਅਗਰ ਜਾਈ ਜਾ ਰਹੇ ਨੇ, ਇੱਥੇ ਕਾਲਜਸ ਯੂਨੀਵਰਸਿਟੀਜ਼ ਜਿਹੜੀਆਂ ਖਾਲੀ ਹੋ ਗਈਆਂ ਨੇ, ਇੱਥੇ ਐਡਮਿਸ਼ਨਸ ਕਰਨੀਆਂ ਪੂਰੀਆਂ ਮੁਸ਼ਕਿਲ ਹੋ ਗਈਆਂ। ਤੁਸੀਂ ਦੇਖੋ ਜਿਹੜੇ ਪਹਿਲਾਂ ਬॉयਜ਼ ਕਾਲਜਸ ਸੀਗੇ ਪੰਜਾਬ ਦੇ ਵਿੱਚ, ਹੁਣ ਸ਼ਾਇਦ ਇੱਕ ਵੀ ਬॉयਜ਼ ਕਾਲਜ ਹੈ ਨਹੀਂ ਹੈ ਪੰਜਾਬ ਦੇ ਵਿੱਚ, ਉਹ ਸਾਰੇ ਬੰਦ ਹੋ ਚੁੱਕੇ ਆ। ਜਿਹੜੇ ਗਰਲਸ ਕਾਲਜ ਵੀ ਸ਼ਾਇਦ ਕੋਈ ਥੋੜੇ ਬਹੁਤ ਹੋਣਗੇ ਬਚੇ ਹੋਏ, ਉਹ ਵੀ ਬਹੁਤ ਦੂਰ ਦਰਾਡੇ ਨੇ। ਜਿੱਦਾਂ ਇੱਕ ਦੋ ਦਾ ਮੈਨੂੰ ਪਤਾ ਹੈਗਾ, ਇਸ ਤੋਂ ਇਲਾਵਾ ਕਾਫੀ ਕਾਲਜਸ ਉਹ ਵੀ ਹੈ ਜਿਹੜੇ ਹੁਣ ਨਹੀਂ ਰਹੇ। ਤੇ ਜਿਹੜੀ ਹੁਣ ਦੂਸਰੇ ਕਾਲਜਸ ਯੂਨੀਵਰਸਿਟੀਜ਼ ਆਮ ਹੈਗੀਆਂ, ਉਹ ਵੀ ਉਹ ਕਾਲਜਸ ਦੇ ਵਿੱਚ ਮਤਲਬ ਤੁਸੀਂ ਦੇਖ ਰਹੇ ਹੋ ਸਟੂਡੈਂਟਸ ਜਿੱਥੇ ਕਿ ਆਮ ਤੌਰ ਤੇ ਕੋਈ ਬਾਹਰਲੀ ਯੂਨੀਵਰਸਿਟੀਜ਼ ਦੇ ਨਾਲ ਕੋਲੈਬੋਰੇਸ਼ਨ ਕਰਦੇ ਆ ਕਿ 2 ਸਾਲ ਇੱਥੇ 2 ਸਾਲ ਉੱਥੇ, ਹੈ ਨਾ, ਜਾਂ 1 ਸਾਲ ਇੱਥੇ ਜਾਂ 2 ਸਾਲ ਉੱਥੇ, ਉਹ ਉਸ ਤਰ੍ਹਾਂ ਦੀ ਚੁਆਇਸ ਦਿੰਦੇ ਆ। ਅਦਰਵਾਈਜ਼ ਜਿਹੜੀ ਹੈਗੀਆਂ ਉਹ ਸੀਟਾਂ ਪੂਰੀਆਂ ਕਰਨੀਆਂ ਵੀ ਉਹਨਾਂ ਲਈ ਮੁਸ਼ਕਿਲ ਹੋਈਆਂ ਪਈਆਂ। ਔਰ ਤੁਸੀਂ ਕਾਲਜਸ ਦੇ ਵਿੱਚ ਉਸ ਤੋਂ ਪਹਿਲਾਂ ਬੱਚਿਆਂ ਨੂੰ ਪੁੱਛੋ ਕਿ ਤੂੰ 10th ਤੋਂ ਬਾਅਦ 12th ਤੋਂ ਬਾਅਦ ਕੀ ਕਰਨਾ ਚਾਹੁੰਦੇ ਹੋ, ਉਹ ਉਹਨਾਂ ਦੀ ਇੱਕੋ ਹੀ ਗੱਲ ਹੁੰਦੀ ਹੈ ਜੀ, ਕੈਨੇਡਾ ਜਾਣਾ ਹੈ, ਜਾਂ ਮੈਂ ਮਤਲਬ ਉਸ ਤੋਂ ਬਾਅਦ ਫਿਰ ਅਮਰੀਕਾ, ਉਸ ਤੋਂ ਬਾਅਦ UK ਦਾ ਲਾਈਨ ਹੈ, ਫਿਰ ਆਸਟ੍ਰੇਲੀਆ, ਫਿਰ ਨਿਊਜ਼ੀਲੈਂਡ, ਫਿਰ ਉਸ ਤੋਂ ਬਾਅਦ ਸਪੇਨ, ਮਤਲਬ ਫਿਰ ਉਹ ਕੰਟਰੀਜ਼ ਆਉਂਦੇ ਆ। ਤੁਸੀਂ ਮਤਲਬ ਇਸ ਤਰ੍ਹਾਂ ਦਾ ਇੱਕ ਹਾਲਾਤ ਬਣ ਗਏ ਹੋਏ ਨੇ ਜਿਹੜੇ ਕਿ
ਅੱਜ ਮੇਰੇ ਖਿਆਲ ਹੈ ਕਿ ਪੰਜਾਬ ਦੀ ਜਿਹੜੀ ਯੂਥ ਹੈ, ਚਾਹੇ ਉਹ ਲੜਕੀ ਹੈ ਚਾਹੇ ਲੜਕਾ ਹੈ, ਉਹਨੂੰ ਆਪਣਾ ਜਿਹੜਾ ਇੱਥੇ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ, ਉਹਨੂੰ ਲੱਗਣ ਲੱਗ ਗਿਆ ਕਿ ਇੱਥੇ ਕੁਝ ਵੀ ਨਹੀਂ ਹੈਗਾ। ਉਹਨਾਂ ਦੇ ਕੋਲ ਹਾਲਾਂਕਿ ਬਹੁਤ એનર્ਜੀ ਹੈ, ਬਹੁਤ ਸੋਚ ਅੱਛੀ ਆ, ਉਹਨਾਂ ਨੂੰ ਜਿਸ ਪਾਸੇ ਤੁਸੀਂ ਲਗਾ ਦੋਗੇ ਉਹ ਉਸ ਪਾਸੇ ਮੇਰੇ ਖਿਆਲ ਹੈ ਸਿਰੇ ਹੀ ਕਰਦੇ ਚਲੇ ਜਾਣਗੇ। ਲੇਕਿਨ ਪ੍ਰੋਬਲਮ ਇਹ ਹੈਗੀ ਹੈ ਕਿ ਜੇ ਤੁਸੀਂ ਕੋਈ ਦਰਿਆ ਹੈਗਾ ਕਿਸੇ ਚੀਜ਼ ਦਾ, ਜਾਂ ਤੁਸੀਂ ਕਹਿ ਲਓ ਕਿ ਕੋਈ ਸ਼ਕਤੀ ਹੈ, ਤਾਕਤ ਹੈ, ਬਿਜਲੀ ਨੂੰ ਵੀ ਤੁਸੀਂ ਕਹਿ ਲਓ ਨਾ ਕਿ ਜੇ ਉਹਨੂੰ ਤੁਸੀਂ ਕਿਸੇ ਵਾਇਰ ਦੇ ਵਿੱਚ ਲਪੇਟ ਕੇ ਰੱਖਿਆ ਹੋਇਆ ਤਾਂ ਉਹ ਸਾਡੇ ਲਈ ਇੱਕ ਵਰਦਾਨ ਹੈ। ਉਹ ਸਾਡੇ ਲਈ ਸਭ ਕੁਝ, ਮਤਲਬ ਅਸੀਂ ਬਹੁਤ ਕੰਮ ਲੈਂਦੇ ਹਾਂ ਉਤੋਂ। ਜੇ ਅਸੀਂ ਉਹਨੂੰ ਇਸ ਤਰ੍ਹਾਂ ਹੀ ਛੱਡਿਆ ਹੋਇਆ ਤਾਂ ਉਹ ਸਾਡੇ ਲਈ ਇੱਕ ਸਰਾਪ ਬਣ ਜਾਂਦੀ ਹੈ। ਤਾਂ ਹੁਣ ਜਿਹੜਾ ਹੈਗਾ ਇਹ ਦਰਿਆਵਾਂ ਦਾ ਪਾਣੀ, ਜਿਸ ਤਰ੍ਹਾਂ ਅਸੀਂ ਉਹਨੂੰ ਬੰਨ ਲਗਾ ਕੇ ਜਾਂ ਸਾਈਡਾਂ ਤੋਂ ਜਿਹੜਾ ਹੈਗਾ ਕਿਨਾਰੇ ਉਹਦੇ ਪੱਕੇ ਕਰਕੇ ਅਸੀਂ ਉਹਨੂੰ ਪਾਣੀ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਪਹੁੰਚਾਉਂਦੇ ਹੋਏ ਉੱਥੇ ਦੇ ਧਰਤੀ ਸਿੰਜ ਸਕਦੇ ਹਾਂ, ਅਸੀਂ ਉਹਦੇ ਹੜ੍ਹ ਤੋਂ ਬਚਾ ਸਕਦੇ ਹਾਂ। ਉਹ ਜਿਹੜੀ ਚੀਜ਼ਾਂ, ਕਾਫੀ ਚੀਜ਼ਾਂ ਅਸੀਂ ਅੱਛੀਆਂ ਕਰ ਸਕਦੇ ਹਾਂ। ਲੇਕਿਨ ਸਾਡੇ ਯੂਥ ਜਿਹੜਾ ਹੈਗਾ ਉਹਦੀ ਜਿੰਨੀ એનર્ਜੀ ਹੈਗੀ ਹੈ, ਇਹ ਉਹਨਾਂ ਦੀ એનર્ਜੀ ਦਾ ਜਿਹੜਾ ਵਹਿੰਦਾ ਦਰਿਆ ਹੈਗਾ, ਉਹਨੂੰ ਕਿਸੇ ਨੇ ਯੂਜ਼ ਕਰਨ ਲਈ ਕੋਸ਼ਿਸ਼ ਨਹੀਂ ਕੀਤੀ, ਜਾਂ ਉਹਨੂੰ ਕੋਈ ਸੇਧ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਤਾਂ ਫਿਰ ਬਿਨਾਂ ਸੇਧ ਵਾਲਾ ਜਿਹੜਾ ਦਰਿਆ ਹੁੰਦਾ, ਤੁਸੀਂ ਉਹ ਦੱਸੋ ਕੀ ਕਰੇਗਾ? ਉਹ ਜਾਂ ਤਾਂ ਮਤਲਬ ਆਪਣੇ ਲਈ ਨੁਕਸਾਨਦਾਇਕ ਹੋ ਜਾਏਗਾ, ਜਾਂ ਉਹ ਜਿਹੜਾ ਹੈਗਾ ਆਸੇ ਪਾਸੇ ਹੜ੍ਹ ਲੈ ਕੇ ਆਏਗਾ, ਜਾਂ ਉਹ ਪਾਣੀ ਕਿਸੇ ਅਰਥ ਨਹੀਂ ਆਉਣਾ, ਇੱਧਰ ਉੱਧਰ ਹੀ ਜਿਹੜਾ ਹੈਗਾ ਉਹ ਵੇਸਟ ਹੋ ਕੇ ਜਿਹੜਾ ਉਹ ਖਤਮ ਹੋ ਜਾਏਗਾ। ਤਾਂ ਸਾਡੇ ਬੱਚਿਆਂ ਦਾ ਵੀ ਕਦੀ ਕਦੀ ਮੈਨੂੰ ਏਦਾਂ ਹੀ ਲੱਗਦਾ ਹੈ ਕਿ ਇੰਨੀ એનર્ਜੀ, ਇੰਨੀ ਇਹਨਾਂ ਦੇ ਅੰਦਰ ਦ੍ਰਿੜਤਾ, ਇੰਨਾ ਆਤਮ ਵਿਸ਼ਵਾਸ, ਇਹਨਾਂ ਨੂੰ ਤੁਸੀਂ ਦੇਖੋ। ਸਾਡੇ ਬੱਚੇ ਤੁਸੀਂ ਕਦੀ ਤੁਸੀਂ ਦੇਖੋ ਕਿਸੇ ਫੋਰਨ ਕੰਟਰੀ ਜਾਓ ਤਾਂ ਆਪਾਂ ਕਈ ਵਾਰੀ ਡਰਾਈਵ ਥਰੂ ਦੇ ਥਰੂ ਆਪਾਂ ਕੁਝ ਲੈਣ ਲਈ ਜਾਂਦੇ ਆ, ਤਾਂ ਤੁਸੀਂ ਬਹੁਤ ਵਾਰੀ ਹੁੰਦਾ ਮੇਰੇ ਨਾਲ ਤਾਂ ਕਿ ਤੁਸੀਂ ਮਤਲਬ ਮੰਨ ਲਓ ਨਿਊਜ਼ੀਲੈਂਡ, ਕੈਨੇਡਾ ਕਿਤੇ ਵੀ ਗਏ ਤਾਂ ਬਾਹਰ ਹੱਥ ਕੱਢਿਆ ਤਾਂ ਪਤਾ ਚੱਲਦਾ ਕਿ ਉਹ ਕੜਾ ਪਾਇਆ ਹੋਇਆ। ਅਦਰਵਾਈਜ਼ ਉਹਨਾਂ ਦੀ ਲੈਂਗੁਏਜ ਇੰਨੀ ਅੱਛੀ ਹੁੰਦੀ ਹੈ, ਇੰਨੀ ਮਤਲਬ ਮੁਹਾਰਤ ਨਾਲ ਇੰਗਲਿਸ਼ ਵਗੈਰਾ ਸਭ ਅੱਛੀ ਬੋਲਦੇ ਆ, ਜਾਂ ਮਤਲਬ ਜਿਸ ਵੀ ਕੰਟਰੀ 'ਚ ਉਹ ਹੁੰਦੇ ਆ ਉੱਥੇ ਦੀ ਉਹ ਲੈਂਗੁਏਜ, ਕਿ ਤੁਹਾਨੂੰ ਪਤਾ ਵੀ ਨਹੀਂ ਚੱਲਦਾ। ਲੇਕਿਨ ਉਹ ਬੱਚੇ ਜਿਹੜੇ ਇੰਨੇ ਟੈਲੈਂਟਡ ਹੈ, ਇੰਨੇ ਅੱਛੇ ਹੈ, ਉਹਨਾਂ ਨੂੰ ਸੇਧ ਦੇਣ ਦੀ ਜ਼ਿੰਮੇਵਾਰੀ ਕਿਸੇ ਦੀ ਤਾਂ ਹੈ ਨਾ, ਕੋਈ ਤਾਂ ਇਹਦੇ ਲਈ ਕੰਮ ਕਰੇਗਾ ਨਾ। ਲੇਕਿਨ ਅੱਜ ਇਸ ਦੇ ਉੱਤੇ ਦਿਸ਼ਾਹੀਨ ਹੋ ਕੇ ਉਹ ਬੱਚੇ ਸਾਰੇ ਇਹ ਜਿੱਥੇ ਉਹਨਾਂ ਨੂੰ ਠੀਕ ਲੱਗਦਾ ਉਹ ਜਾ ਰਹੇ ਨੇ। ਇਹ ਵੀ ਉਹਨਾਂ ਦੀ ਆਪਣੀ ਹਿੰਮਤ ਹੈ ਕਿ ਪੰਜਾਬ ਦੇ ਜਿਹੜੇ ਬੱਚੇ ਨੇ ਅੱਜ ਵਿਦੇਸ਼ਾਂ 'ਚ ਜਾ ਰਹੇ ਨੇ, ਉੱਥੇ ਆਪਣੇ ਝੰਡੇ ਗੱਡ ਰਹੇ ਨੇ, ਇੰਨੀ ਮਿਹਨਤ ਕਰਦੇ ਨੇ ਉੱਥੇ ਜਾ ਕੇ, ਤੁਸੀਂ ਸੋਚ ਵੀ ਨਹੀਂ ਸਕਦੇ ਕਿ ਆਮ ਬੰਦਾ ਕਿ ਉੱਥੇ ਕਿੰਨੀਆਂ ਕਿੰਨੀਆਂ ਸ਼ਿਫਟਾਂ 'ਚ ਕੰਮ ਕਰਦੇ ਆ, ਪੜ੍ਹਾਈ ਕਰਦੇ ਆ। ਲੇਕਿਨ ਹੁਣ ਜਿਹੜਾ ਹੈਗਾ ਉੱਥੇ ਜਾ ਕੇ ਫਿਰ ਕੁਝ ਆਪਣੇ ਵਾਸਤੇ ਸਵਾਰਥੀ ਹੋ ਜਾਣਾ, ਜਾਂ ਪਿਛਲਿਆਂ ਦੀ ਸਾਰ ਨਾ ਲੈਣਾ, ਜਾਂ ਜਿਹੜਾ ਹੈਗਾ ਹਰ ਬੰਦਾ ਆਪਣੇ ਆਪ ਬਾਰੇ ਸੋਚਣ ਲੱਗ ਜਾਵੇ, ਤਾਂ ਮੇਰਾ ਖਿਆਲ ਹੈ ਹੁਣ ਇੱਕ ਬੜਾ ਹੀ ਅਜੀਬ ਜਿਹਾ ਵਰਤਾਰਾ ਹੋ ਗਿਆ ਹੋਇਆ, ਜਿਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਸ਼ਾਇਦ ਮੈਨੂੰ ਲੱਗਦਾ ਕਿ ਕਾਫੀ ਮੁਸ਼ਕਿਲ ਲੱਗ ਰਿਹਾ ਹੈ। ਬਿਲਕੁਲ ਬਿਲਕੁਲ। ਮੈਮ ਇੱਕ ਹੋਰ ਹੈ ਇਹਦੇ ਵਿੱਚ, ਜਦੋਂ ਅਸੀਂ ਪੰਜਾਬ ਦੀ એનર્ਜੀ ਦੀ ਤੁਸੀਂ ਗੱਲ ਕਰਦੇ ਹੋ ਤਾਂ ਕਈ ਲੋਕ ਇਹ ਗੱਲ ਕਹਿ ਦਿੰਦੇ ਨੇ ਕਿ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਪੈਦਾ ਕੀਤੀ ਜਾ ਰਹੀ ਹੈ, ਜਿਹਦੇ ਕਰਕੇ ਜਿਹੜੇ ਨੌਜਵਾਨ ਪੀੜ੍ਹੀ ਹੈ, ਮੁੰਡੇ ਕੁੜੀਆਂ, ਉਹ ਬਾਹਰ ਜਾਣ ਦੀ ਲਾਲਸਾ ਰੱਖਦੇ ਨੇ। ਪਰ ਇਹਦੇ ਵਿੱਚ ਇੱਕ ਹੋਰ ਤਰਕ ਇਹ ਵੀ ਦਿੱਤਾ ਜਾਂਦਾ ਹੈ ਕਿ ਇੱਕ ਡਾਲਰਾਂ ਦੀ ਜਿਹੜੀ ਹੁੰਦੀ ਹੈ ਕਿ ਸਾਨੂੰ ਡਾਲਰ ਚਾਹੀਦੇ ਨੇ, ਸਾਨੂੰ ਇੱਕ ਦੇ ਜਦੋਂ 70 ਦਿਖਦੇ ਨੇ, ਤੇ ਜਦੋਂ ਅਸੀਂ ਦੇਖਦੇ ਹਾਂ ਕਿ NRI ਪੰਜਾਬੀ ਇੱਥੇ ਆ ਕੇ ਕਿਵੇਂ ਜਿਹੜੀ ਉਹ ਆਪਣੀ ਮੌਜ ਮਸਤੀ ਕਰਦੇ ਨੇ, ਕਿਵੇਂ ਪੈਸਾ ਲਾਉਂਦੇ ਨੇ, ਕੋਠੀਆਂ ਬਣਾਉਂਦੇ ਨੇ, ਜ਼ਮੀਨਾਂ ਬਣਾਉਂਦੇ ਨੇ, ਤਾਂ ਇੱਕ ਉਹ ਵੀ ਪੱਖ ਦੇਖਿਆ ਜਾਂਦਾ। ਇੱਕ ਪਾਸੇ ਬੇਰੁਜ਼ਗਾਰੀ, ਦੂਜੇ ਪਾਸੇ ਸਾਡੀ ਆਪਣੇ ਮਨ ਦੀ ਹੋੜ ਹੁੰਦੀ ਹੈ ਕਿ ਅਸੀਂ ਹੋਰ ਕਮਾਈਏ, ਹੋਰ ਕਮਾਈਏ, ਅਸੀਂ ਹੋਰ ਅਮੀਰ ਹੋ ਜਾਈਏ। ਉਸ ਹੋੜ ਦੇ ਵਿੱਚ ਅਸੀਂ ਸਭ ਕੁਝ ਭੁੱਲ ਜਾਂਦੇ ਹਾਂ। ਸਾਨੂੰ ਫਿਰ ਉੱਥੇ ਨਾ ਤਾਂ ਇੱਥੋਂ ਦਾ ਕਰਜ਼ਾ ਨਜ਼ਰ ਆਉਂਦਾ ਹੈ ਕਿ ਅਸੀਂ ਕਰਜ਼ਾ ਚੱਕ ਕੇ ਇੱਥੋਂ ਜਾਣਾ, ਉੱਥੇ ਜਾ ਕੇ ਸਾਡਾ ਭਵਿੱਖ ਕੀ ਹੋਣਾ ਬਾਅਦ ਦੇ ਵਿੱਚ ਪਤਾ ਲੱਗਦਾ ਹੈ। ਇੱਕ ਵਾਰ ਤਾਂ ਇੱਥੋਂ ਸਾਰਾ ਕੁਝ ਦਾਅ ਤੇ ਲਾ ਕੇ ਬੰਦਾ ਨਿਕਲ ਜਾਂਦਾ। ਤੁਸੀਂ ਠੀਕ ਕਹਿ ਰਹੇ ਹੋ। ਅਸਲ 'ਚ ਕੀ ਹੈਗਾ ਕਿ ਮੈਨੂੰ ਜੋ ਲੱਗਦਾ ਕਿ ਪੰਜਾਬ ਜਿਹੜਾ ਉਹਦੇ ਵਸਨੀਕ ਜਿਹੜੇ ਆ ਉਹ ਐਕਸਟ੍ਰੀਮਿਸਟ ਹੈ। ਉਹ ਜੋ ਵੀ ਕਰੇਗਾ ਸਿਰੇ ਦਾ ਕਰੇਗਾ। ਮਤਲਬ ਮੈਂ ਆਪਣੀ ਜ਼ਿੰਦਗੀ 'ਚ ਜੋ ਦੇਖਿਆ ਹੈ ਕਿ ਉਹ ਜੋ ਵੀ ਸੋਚੇਗਾ ਉਹ ਸਿਰੇ ਦਾ ਸੋਚੇਗਾ। ਉਹ ਜ਼ਿੰਦਗੀ ਜਿਉਣਾ ਚਾਹੁੰਦਾ ਤਾਂ ਇੱਕ ਮਤਲਬ ਕਿੰਗ ਸਾਈਜ਼ ਲਾਈਫ ਆਪਣੇ ਲਈ ਪਲਾਨ ਕਰਦਾ। ਉਹਨੂੰ ਤੁਸੀਂ ਦੇਖੋ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈਗਾ ਡਿਫਰੈਂਟ ਟ੍ਰੈਂਡ ਹੋਏਗਾ ਹਰ ਚੀਜ਼ ਦਾ, ਤੇ ਪੰਜਾਬ 'ਚ ਵੱਖਰਾ ਹੀ ਆਪਣਾ ਹੀ ਅੰਦਾਜ਼ ਹੁੰਦਾ। ਮਤਲਬ ਪੰਜਾਬੀਆਂ ਨੂੰ, ਕਿਉਂਕਿ ਬਾਰਡਰ ਸਟੇਟ ਸੀ, ਕਹਿੰਦੇ ਸੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮ, ਤੇ ਇੱਥੇ ਜਿਹੜੀ ਹੈਗੀ ਆ ਉਹ ਜਿਹੜਾ ਬਚਿਆ ਕੁਚਿਆ ਹੁੰਦਾ ਸੀਗਾ, ਕਿ ਇੱਕ ਵਾਰੀ ਤਾਂ ਸ਼ਾਇਦ ਇਹ ਵੀ ਕਹਿਣ ਲੱਗ ਪਏ ਸੀਗੇ ਕਿ ਰਹਿੰਦਾ ਖੂੰਦਾ
ਕੀ ਸੀਗਾ, ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ। ਤਾਂ ਉਹ ਜਿਹੜੀ ਚੀਜ਼ ਸੀਗੀ ਕਿ ਉਹ ਇੰਨੇ ਹਮਲੇ ਕੀਤੇ, 17 ਵਾਰ ਹਮਲਾ ਹੋਇਆ, ਇੰਨੀ ਵਾਰ ਹਮਲਾ ਹੋਇਆ। ਜਿਹੜਾ ਵੀ ਇਨਵੇਡਰ ਬਾਹਰ ਤੋਂ ਅੰਦਰ ਵੜਦਾ ਸੀ ਹਿੰਦੁਸਤਾਨ 'ਚ, ਤਾਂ ਉਹ ਇਸੇ ਰਸਤੇ ਦੇ ਥਰੂ ਜਾਂਦੇ ਸੀ। ਤਾਂ ਉਹਦੇ ਨਾਲ ਕੀ ਸੀਗਾ ਕਿ ਜਿਹੜੀ ਐਕਸਟ੍ਰੀਮ ਚੀਜ਼ ਹੈ, ਜੋ ਵੀ ਬਚਿਆ ਕੁਚਿਆ ਹੈ, ਉਸ ਤੋਂ ਫਿਰ ਆਪਣੀ ਜ਼ਿੰਦਗੀ ਮਤਲਬ ਜਿਹੜੀ ਹੈਗੀ ਆ ਉਹ ਜਿਉਣ ਦੀ ਸ਼ੁਰੂ ਕਰਦਾ ਸੀਗਾ। ਤਾਂ ਉਹ ਜਿਹੜੀ ਜ਼ਿੰਦਗੀ ਜਿਉਣ ਦੀ ਲਾਲਸਾ ਹੈਗੀ ਆ, ਉਹ ਜਿਸਨੇ ਮੌਤ ਦੇਖੀ ਹੋਵੇ ਜਾਂ ਜਿਸ ਨੂੰ ਪਤਾ ਹੋਵੇ ਜ਼ਿੰਦਗੀ ਕਿੰਨੀ ਕੀਮਤੀ ਹੈ, ਤਾਂ ਉਹ ਜਿਹੜਾ ਹੈਗਾ ਉਸਨੂੰ ਭਰਪੂਰ ਜਿਉਣਾ ਚਾਹੁੰਦਾ ਹੈ। ਤਾਂ ਇਸੇ ਤਰ੍ਹਾਂ ਨੂੰ ਜਿਹੜਾ ਹੈਗਾ ਤੁਸੀਂ ਦੇਖੋ ਪੂਰੀ ਦੁਨੀਆ ਦੇ ਵਿੱਚ ਸੈਕੰਡ ਵਰਲਡ ਵਾਰ ਵੇਲੇ, ਉਸ ਤੋਂ ਬਾਅਦ ਵੀ, ਉਸ ਤੋਂ ਪਹਿਲਾਂ ਵੀ, ਉਹ ਸਾਰਾ ਕੁਝ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਜਿਹੜੀ ਸਾਡੇ ਆਰਮੀ ਦੇ ਜਿਹੜੇ ਜਵਾਨ ਸੀਗੇ ਉਹਨਾਂ ਬਾਰੇ ਇਤਿਹਾਸ ਮਿਲੇਗਾ ਤੁਹਾਨੂੰ, ਕਿਤੇ ਨਾ ਕਿਤੇ ਕੁਝ ਵੀ ਮਿਲੇਗਾ ਜ਼ਰੂਰ। ਕਿਉਂ? ਕਿਉਂਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਮਤਲਬ ਇੱਕ ਜਜ਼ਬੇ ਨਾਲ ਜਿਉਂਦੇ ਆ। ਕਹਿੰਦੇ ਨਾ ਪੰਜਾਬੀਆਂ ਦੀ ਕੌਮ ਹੈ ਜਿਹੜੀ, ਉਹ ਖੁਸ਼ ਹੈ, ਪਤਾ ਨਹੀਂ ਕਿਉਂ ਖੁਸ਼ ਹੈ, ਹਰ ਵਕਤ ਖੁਸ਼ ਰਹਿੰਦੀ ਹੈ। ਉਹ ਪ੍ਰੋਫੈਸਰ ਮੋਹਨ ਸਿੰਘ ਜੀ ਕਹਿੰਦੇ ਆ ਕਿ ਮੌਤ ਨੂੰ ਬਖੌਲਾਂ ਕਰਦੇ ਆ, ਹਨਾ। ਤਾਂ ਉਹ ਜਿਹੜੀਆਂ ਹੈਗੀਆਂ ਚੀਜ਼ਾਂ ਕਿ ਪੰਜਾਬ ਜਿਹੜਾ ਹੈਗਾ, ਉਹ ਪੰਜਾਬੀ ਜਿਹੜਾ ਹੈਗਾ, ਉਹ ਹਰ ਵਕਤ ਕੁਝ ਕਰ ਗੁਜ਼ਰਨ ਦੀ ਤਾਂਘ ਰੱਖਦਾ। ਪਰ ਉੱਥੇ ਜਿਹੜਾ ਹੈਗਾ ਅੱਜ, ਨਾ ਤਾਂ ਉਹਦੀਆਂ ਇੱਛਾਵਾਂ ਤੇ ਨਾ ਹੀ ਉਹਦੀ ਜਿਹੜੀ ਹੈਗੀ ਹੈ ਕੀ ਮਾਨਸਿਕਤਾ ਹੈਗੀ ਹੈ, ਜਾਂ ਅੱਜ ਦੇ ਬਦਲਦੇ ਯੁੱਗ ਦੇ ਵਿੱਚ ਉਹਦੀਆਂ ਕੀ ਜ਼ਰੂਰਤਾਂ ਵਧੀਆਂ ਨੇ, ਇਹਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਭਾਂਪਣ ਵਿੱਚ ਜਾਂ ਉਸ ਦੇ ਉੱਤੇ ਕਾਰਗੁਜ਼ਾਰੀ ਕਰਨ ਦੇ ਵਿੱਚ ਸਰਕਾਰਾਂ ਨੇ ਕੋਈ ਪ੍ਰੋਗਰਾਮ ਨਹੀਂ ਉਲੀਕਿਆ। ਸਮਾਜ ਦੇ ਵਿੱਚ ਜਿਹੜਾ ਹੈਗਾ ਜੋ ਵੀ ਬੱਚੇ ਜਾ ਰਹੇ ਨੇ, ਆਈਲੈਟਸ ਕਰ ਰਹੇ ਨੇ, ਹੋਰ ਕਰ ਰਹੇ ਨੇ, ਮੇਰੇ ਖਿਆਲ ਹੈ ਉਹ ਆਪਣੇ ਦਮ ਤੇ ਪਹੁੰਚ ਰਹੇ ਨੇ ਉੱਥੇ। ਸਰਕਾਰ ਦੇ ਵਿਭਾਗ ਨੇ ਕਦੀ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ। ਜਿਹੜਾ ਇੱਕ ਡਿਫਰੈਂਟ ਵਿਭਾਗ ਹੈਗਾ ਇਹਨਾਂ ਦੇ ਕੋਲ ਕਿ ਇਹ ਵਿਦੇਸ਼ਾਂ ਦੇ ਵਿੱਚ ਜਿਹੜੀ ਹੈਗੀ ਆ ਨੌਕਰੀ ਵਾਸਤੇ ਤਲਾਸ਼ ਕਰਕੇ ਬੱਚਿਆਂ ਨੂੰ ਉੱਥੇ ਨੌਕਰੀਆਂ ਦਵਾ ਸਕਦੇ ਆ। ਮੈਨੂੰ ਨਹੀਂ ਲੱਗਦਾ ਕਦੀ ਅਸੀਂ ਕਦੀ ਪੜ੍ਹਿਆ ਹੋਵੇ ਕਿ ਫਲਾਣੇ ਬੱਚੇ ਨੂੰ ਵਿਦੇਸ਼ ਦੇ ਵਿੱਚ ਨੌਕਰੀ ਪੰਜਾਬ ਸਰਕਾਰ ਨੇ ਦਵਾਈ ਹੋਵੇ। ਤਾਂ ਜਦੋਂ ਇਹ ਚੀਜ਼ਾਂ ਸਾਰੀਆਂ, ਜਦੋਂ ਮੀਡੀਆ ਦੇ ਵਿੱਚ ਇੰਨਾ ਕੁਝ ਆ ਜਾਂਦਾ ਕਿ ਹਾਂਜੀ ਅਸੀਂ 19-20 ਸਾਲ ਤੋਂ ਤਾਂ ਅਸੀਂ ਲੜ ਰਹੇ ਹਾਂ ਨਾ NRIs ਦੇ ਹੱਕਾਂ ਲਈ, ਕੁੜੀਆਂ ਤੇ ਮੁੰਡਿਆਂ ਲਈ, ਪਰ ਅੱਜ ਤੱਕ ਜਿਹੜਾ ਹੈਗਾ ਇੱਕ ਕਮਿਸ਼ਨ ਬਣਾਇਆ ਗਿਆ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਕੋਈ ਖਾਸ ਦੇ ਆਪਾਂ ਕਹਿ ਦੋ ਕਿ ਬਹੁਤ ਰਿਮਾਰਕੇਬਲ ਚੀਜ਼ ਹੈ, ਐਸਾ ਤਾਂ ਕੋਈ ਚੇਂਜ ਨਜ਼ਰ ਨਹੀਂ ਆਇਆ ਨਾ। ਤਾਂ ਮਤਲਬ ਇਹ ਹੈ ਕਿ ਜੇ ਅਸੀਂ ਐਕਸਟ੍ਰੀਮਿਸਟ ਹੈ, ਪੰਜਾਬ ਦੇ ਵਿੱਚ ਸ਼ੁਰੂ ਤੋਂ ਵਿਦੇਸ਼ ਜਾਣ ਦੀ ਜਿਹੜੀ ਸੀ ਲਾਲਸਾ ਸੀ, ਉਹ ਕਿਉਂ? ਕਿਉਂਕਿ ਉਸ ਵਕਤ ਵੀ ਉਹ ਕੁਝ ਅਲੱਗ ਕਰ ਗੁਜ਼ਰਨਾ ਚਾਹੁੰਦੇ ਸੀ। ਕਾਮਾਗਾਟਾ ਮਾਰੂ ਦਾ ਤੁਸੀਂ ਉਹ ਲਾ ਲਓ ਇਤਿਹਾਸ, ਕੁਝ ਕਿੰਨੀ ਚੀਜ਼ਾਂ ਆਪਾਂ ਤੁਸੀਂ ਦੇਖੋ, ਉਹ ਤੋਂ ਇਹੀ ਪਤਾ ਲੱਗਦਾ ਹੈ ਕਿ ਪੰਜਾਬੀ ਜਿਹੜੇ ਹੈਗੇ ਆ ਉਹ ਜ਼ਿੰਦਗੀ ਦੇ ਵਿੱਚ ਕੁਝ ਕਰ ਗੁਜ਼ਰਨ ਦੀ ਤਮੰਨਾ ਲੈ ਕੇ ਆਪਣੀ ਜਿਹੜੀ ਹੈਗੀ ਆ ਦੇਸ਼ ਵਿਦੇਸ਼ ਦੇ ਵਿੱਚ ਪਹੁੰਚ ਕੇ ਆਪਣੇ ਆਪ ਨੂੰ ਸਾਬਤ ਕਰਦਾ ਆਇਆ ਆ। ਲੇਕਿਨ ਉਹ ਸਾਬਤ ਕਰਨ ਦੇ ਉਹਦੇ ਵਿੱਚ ਜਿਹੜਾ ਹੈਗਾ ਕਿਤੇ ਨਾ ਕਿਤੇ ਹੁਣ ਅਸੀਂ ਦੂਜਿਆਂ ਦੇ ਮੋਢੇ ਤੇ ਚੜ੍ਹ ਕੇ ਉੱਚਾ ਹੋਣਾ ਲੋਚਦੇ ਆ, ਤਾਂ ਉਹ ਕਿਤੇ ਨਾ ਕਿਤੇ ਬੜਾ ਹੀ ਮਾਰੂ, ਘਾਤਕ ਸਾਡੇ ਦੂਸਰਿਆਂ ਲਈ ਸਾਬਤ ਹੋ ਰਿਹਾ ਹੈ, ਜਿੱਥੇ ਕਿ ਸਾਨੂੰ ਸਵੈ ਪੜਚੋਲ ਦੀ ਲੋੜ ਜ਼ਰੂਰ ਹੈਗੀ ਹੈ। ਬਿਲਕੁਲ ਬਿਲਕੁਲ, ਮੈਂ ਇਸ ਸਵਾਲ ਤੇ ਆਉਣਾ ਸੀਗਾ ਕਿ ਹੁਣ ਗੱਲ ਸਾਰੀ ਹੋਈ ਹੈ ਤਕਰੀਬਨ ਇਤਿਹਾਸ ਜਿਹੜਾ ਪੰਜਾਬੀਆਂ ਦਾ, ਤੁਸੀਂ ਦੱਸਿਆ ਕਿ ਪੰਜਾਬੀ ਆਪਣੇ ਇਤਿਹਾਸ 'ਚ ਕਿੱਦਾਂ ਦੇ ਰਹੇ ਨੇ, ਪਰ ਹੁਣ ਆਖਿਰਕਾਰ ਕਾਰਨ ਕੀ ਹੈ ਇਹਦਾ ਕਿ ਸਾਡੀ ਲਾਲਸਾ ਜਿਹੜੀ ਹੈ ਉਹ ਇਸ ਢੰਗ ਦੀ ਕਿਉਂ ਹੋ ਗਈ ਕਿ ਸਾਨੂੰ ਇਹਨਾਂ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜਿਹੜਾ ਰੁਝਾਨ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਕਦੇ ਉੱਥੇ ਜਾ ਕੇ ਕੁੜੀ ਮੁੱਕਰ ਗਈ, ਕਦੇ ਮੁੰਡੇ ਮੁੱਕਰ ਗਏ, ਕਦੇ ਉੱਥੋਂ ਇੱਥੇ ਆ ਕੇ ਕੁੜੀਆਂ ਨਾਲ ਧੋਖੇ ਹੋ ਜਾਂਦੇ ਨੇ, 2-2 ਵਿਆਹ, 4-4 ਵਿਆਹ ਏਦਾਂ ਕਰਨਾ, ਇਹ ਕਿਉਂ ਆ? ਕਾਰਨ ਕੀ ਹੈ ਇਹਦੇ ਪਿੱਛੇ? ਹੁਣ ਕਿਹਨੂੰ ਜ਼ਿੰਮੇਵਾਰ ਮੰਨਿਆ ਜਾਵੇ? ਪਰਿਵਾਰ ਜ਼ਿੰਮੇਵਾਰ ਨੇ? ਸਰਕਾਰਾਂ ਨੂੰ ਤਾਂ ਅਸੀਂ ਬਲੇਮ ਕਰ ਦਿੰਦੇ ਆ, ਪਰ ਜਿਹੜਾ ਸਾਡੇ ਪਰਿਵਾਰਾਂ ਦੇ ਵਿੱਚ ਹੁੰਦਾ ਉਹਨੂੰ ਕੌਣ ਮੰਨੇਗਾ? ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਜਿੰਨੇ ਕੁ ਸਾਧਨ ਹੋਣ ਉਹਨੇ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ। ਸਰਕਾਰਾਂ ਦੀਆਂ ਨਾਲ ਜਿਹੜੀਆਂ ਹੁੰਦੀਆਂ ਨੀਤੀਆਂ ਤਾਂ ਲੰਬੇ ਟਾਈਮ ਲੈਂਦੇ ਆ ਡਿਸਾਈਡ ਹੋਣ ਨੂੰ। ਤੇ ਮੈਂ ਤਾਂ ਸਿਰਫ ਇਹ ਜ਼ਰੂਰ ਸਮਝਦੀ ਹਾਂ ਕਿ ਕਦੇ-ਕਦੇ ਏਦਾਂ ਹੁੰਦਾ ਕਿ ਮੈਂ ਤੁਹਾਨੂੰ ਨਾ ਪਹਿਲਾਂ ਇੱਕ ਦਿਮਾਗ 'ਚ ਗੱਲ ਖਟਕ ਰਹੀ ਹੈ। ਇੱਕ ਵਿਆਹ ਅਸੀਂ ਦੇਖਿਆ ਸੀ ਕਿਸੇ ਦਾ, ਉਹ ਲੜਕਾ ਜਿਹੜਾ ਸੀਗਾ ਉਹ ਕਿਸੇ ਵਿਦੇਸ਼ ਤੋਂ ਆਉਂਦਾ ਸੀ, ਹਰ ਸਾਲ ਇੱਥੇ ਨਵਾਂ ਵਿਆਹ ਕਰਾ ਕੇ ਜਾਂਦਾ ਸੀ ਤੇ ਪਹਿਲੀ ਕੁੜੀ ਨੂੰ ਜਿਹੜਾ ਹੈਗਾ ਕਦੀ ਨਾ ਤਲਾਕ ਦੇ ਕੇ ਤੇ ਕਦੀ ਤਲਾਕ ਬਾਹਰੋਂ ਦੇ ਕੇ, ਜਿਹੜਾ ਕਿ ਇੱਥੇ ਵੈਲਿਡ ਵੀ ਨਹੀਂ ਹੈ, ਤੇ ਨੇੜੇ ਤੇੜੇ ਦੇ ਪਿੰਡਾਂ ਚੋਂ ਹੀ ਉਹਨੇ 8 ਵਿਆਹ ਕੀਤੇ ਹੋਏ ਸੀ। ਤੇ ਉਹ ਜਿਹੜਾ ਹੈਗਾ ਮਤਲਬ ਜਦੋਂ ਮੈਂ ਦੇਖਦੀ ਸੀ ਤਾਂ ਮੈਨੂੰ ਏਦਾਂ ਲੱਗਦਾ ਸੀ ਮੈਂ ਸੌਂ ਕਿੱਦਾਂ ਪਾਉਂਗੀ ਅੱਜ, ਕਿ ਮਤਲਬ ਕਿੰਨੀ ਕਿੰਨੀ ਰਾਤਾਂ ਬੀਤ ਜਾਂਦੀਆਂ ਸੀ ਕਿ ਇਹ ਕਿਸ ਤਰ੍ਹਾਂ ਹੋਇਆ।
ठीक है, कुछ लोग कहते सी कि पेरेंट्स ਜਿਹੜੇ ਜ਼ਿੰਮੇਦਾਰ ਨੇ ਜਿਹੜੇ ਉਹ ਕਹਿੰਦੇ ਨੇ ਕਿ ਅਸੀਂ ਤਾਂ ਕੁੜੀ ਪੰਜਾਬ ਤੋਂ ਹੀ ਲਿਆਉਣੀ ਆ ਤੇ ਉਹ ਮੁੰਡਾ ਉੱਥੇ ਤਿਆਰ ਨਹੀਂ। ਉਹ ਕਹਿੰਦਾ ਜੀ ਮੈਂ ਤਾਂ ਤੁਸੀਂ ਕਿਹਾ ਸੀ ਵਿਆਹ ਕਰਾ ਕੇ ਪੰਜਾਬ ਤੋਂ ਲਿਆ, ਬਾਕੀ ਤੂੰ ਜਿਵੇਂ ਮਰਜ਼ੀ ਕਰੀ, ਇੱਕ ਵਾਰੀ ਵਿਆਹ ਕਰਾ ਲਾ। ਤੇ ਮੈਂ ਤੁਹਾਡੇ ਕਹੇ ਤੇ ਵਿਆਹ ਕਰਾ ਲਿਆ, ਮੈਂ ਉਹਨੂੰ ਲੈ ਕੇ ਕੋਈ ਨਹੀਂ ਆਉਣਾ ਹੈਗਾ। ਤਾਂ ਕਿਤੇ ਜਿਹੜਾ ਹੈਗਾ ਉਹ ਕੁੜੀ ਦੀ ਅੱਗੇ ਬੱਚੀ ਹੋ ਜਾਂਦੀ ਸੀ, ਤਾਂ ਉਹ ਬੱਚੀ ਨੂੰ ਲੈ ਕੇ ਜਦੋਂ ਵਾਪਸ ਪੇਕੇ ਜਾ ਕੇ ਰਹਿਣਾ ਪੈਂਦਾ ਸੀ, ਤਾਂ ਉਹ ਜਿਹੜੀ ਮਤਲਬ ਕਈ ਵਾਰੀ ਮਾਂ ਵੀ ਵਿਧਵਾ ਦੇਖੀ, ਉਹਦੀ ਅੱਗੋਂ ਲੜਕੀ ਜਿਹੜੀ ਹੈਗੀ ਛੱਡੀ ਹੋਈ, ਤੇ ਅੱਗੇ ਦੋਤਰੀ ਵੀ ਉਹਨੂੰ ਨਾਲ ਰੱਖਣੀ ਪੈ ਗਈ। ਤਾਂ ਉਹ ਮਾਂ ਦਾ ਜਿਹੜਾ ਤੁਸੀਂ ਦੁੱਖ ਹੈ ਉਹ ਡਿਸਕ੍ਰਾਈਬ ਨਹੀਂ ਕਰ ਸਕਦੇ ਸੀਗੇ। ਤਾਂ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ, ਤੁਸੀਂ ਦੁਬਈ ਦਾ ਇੱਕ ਕੇਸ ਸੀਗਾ ਜਿਹਦੇ ਵਿੱਚ ਲੜਕੀ ਨੂੰ ਜਲਾਇਆ ਗਿਆ, ਤੇ ਅਸੀਂ ਕੀ ਕਰਦੇ ਸੀ, ਕਾਲਜਸ ਯੂਨੀਵਰਸਿਟੀਜ਼ ਦੇ ਬੱਚਿਆਂ ਨੂੰ ਇਕੱਠੇ ਕਰਕੇ ਇੱਕ ਜਗ੍ਹਾ ਤੇ ਉਹਨਾਂ ਨੂੰ ਉਹ ਜਲਾਈਆਂ ਹੋਈਆਂ ਕੁੜੀਆਂ ਦੇ ਰੂਬਰੂ ਕਰਦੇ ਸੀ। ਤੇ ਉਹਨੇ ਵਿੱਚ ਲੜਕੀ ਦੇ ਜਿਹੜਾ ਸਕਾਰਫ ਖੋਲਿਆ ਸੀ, ਤੁਸੀਂ ਦੇਖੋ ਕਿ ਉਸਦੇ ਇੰਨੇ ਬੜੇ ਬੜੇ ਹੋਲਸ ਸੀਗੇ। ਮਤਲਬ ਠੀਕ ਹੈ, ਅਸੀਂ ਮਤਲਬ ਸਵਾਲ ਇਹ ਹੈ ਉਸ ਵੇਲੇ ਮੇਰਾ ਇਹ ਸੀ ਕਿ ਇਹ ਕਿਸੇ ਨਾਲ ਵੀ ਹੋ ਸਕਦਾ ਹੈ, ਲੇਕਿਨ ਮੰਨ ਲਓ ਉਹ ਉਸ ਤੇ ਕੋਈ ਵੀ ਬਲੇਮ ਲਾਉਂਦੇ ਆ ਜਾਂ ਕੋਈ ਵੀ ਕਾਰਨ ਲੱਭਦੇ ਆ, ਤਾਂ ਕਿਸੇ ਨੇ ਜਲਾਉਣ ਦਾ ਹੱਕ ਕੀ ਦਿੱਤਾ ਤੁਹਾਨੂੰ? ਤੁਸੀਂ ਉਸ ਕੁੜੀ ਦਾ ਜਵਾਬ ਸੁਣੋ। ਮੈਂ ਉਸ ਬੱਚੀ ਨੂੰ 3 ਘੰਟੇ ਬੈਠ ਕੇ ਸੁਣਿਆ। ਉਸ ਤੋਂ ਬਾਅਦ ਮੈਂ ਉਹਨੂੰ ਪੁੱਛਿਆ ਤੂੰ ਕੀ ਚਾਹਨੀ ਹੈ? ਤਾਂ ਉਹਦਾ ਜਵਾਬ ਪਤਾ ਕੀ ਸੀ? ਮੈਡਮ ਜੀ ਹੁਣ ਮੈਨੂੰ ਕੁਛ ਨਹੀਂ ਚਾਹੀਦਾ, ਮੇਰੀ ਸੱਸ, ਮੇਰੀ ਨਨਾਣ ਤੇ ਮੈਨੂੰ ਕੋਈ ਐਸਾ, ਜਿਹੜੀਆਂ ਵੀ ਲੇਡੀਜ਼ ਉਹਨਾਂ ਦੀਆਂ ਸੀ, ਕਿ ਉਹਨਾਂ ਦੇ ਵਿੱਚੋਂ ਕੋਈ ਇੱਕ ਜਿਹੜੀ ਹੈਗੀ ਆ ਉਹਨੂੰ ਵੀ ਇਹੋ ਜਿਹੀ ਸਜ਼ਾ ਮਿਲੇ। ਹੁਣ ਤੁਸੀਂ ਇਸ ਤੇ ਕੋਈ ਜਵਾਬ ਬੋਲ ਹੀ ਨਹੀਂ ਸਕਦੇ। ਤੁਸੀਂ ਉਹਦੇ ਸਿਰਫ ਅਵਸਥਾ ਨੂੰ ਸਮਝ ਸਕਦੇ ਹੋ, ਜਿੱਥੇ ਉਹ ਮਜਬੂਰ ਤਾਂ ਹੈ, ਜਿੱਥੇ ਉਹ ਕਾਨੂੰਨ ਤੋਂ ਵੀ ਪਰੇ ਜਿਹੜਾ ਹੈਗਾ ਇੱਕ ਆਪਣੇ ਲਈ ਇੱਕ ਐਸਾ ਇਨਸਾਫ ਲੋਚਦੀ ਹੈ ਕਿ ਦੂਸਰੇ ਨੂੰ ਉਸਦੀ ਦਰਦ ਦਾ ਅਹਿਸਾਸ ਹੋਵੇ। ਠੀਕ ਹੈ, ਮਤਲਬ ਕਿਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਉਹ ਕਰੋਗੇ? ਤਾਂ ਮਤਲਬ ਇਹ ਚੀਜ਼ਾਂ ਦੇਖ ਦੇਖ ਕੇ ਸੁਣ ਸੁਣ ਕੇ ਅਸੀਂ ਜਿਹੜਾ ਹੈਗਾ ਪਿਛਲੇ 20 ਸਾਲ ਤੋਂ ਮੈਂ ਕਦੀ ਹੋਰ ਕੋਈ ਕੰਮ ਨੂੰ ਜ਼ਿਆਦਾ ਉਹ ਨਹੀਂ ਕੀਤਾ, ਕਿਉਂਕਿ ਫਾਰਮਰਸ ਦੇ ਬਾਰੇ ਜਾਂ ਹੋਰ ਕੰਮਾਂ ਬਾਰੇ ਅਸੀਂ ਥੋੜੇ ਥੋੜੇ ਕੰਮ ਕੀਤੇ ਜਦੋਂ ਮਤਲਬ, ਤਾਂ ਫਿਰ ਵਾਪਸ ਪਰਤ ਕੇ ਜਿਹੜਾ ਹੈਗਾ ਇਸ ਇਸ਼ੂ ਦੇ ਉੱਤੇ ਆਉਣਾ ਪੈਂਦਾ, ਕਿਉਂਕਿ ਇਸ ਇਸ਼ੂ ਦੇ ਉੱਤੇ ਕੰਮ ਕਰਨ ਲਈ ਬਹੁਤ ਘੱਟ ਸੰਸਥਾਵਾਂ ਨੇ ਜਿਨ੍ਹਾਂ ਨੇ ਕੰਮ ਕੀਤਾ। ਤਾਂ ਹੁਣ ਜਿਹੜਾ ਇਹ ਜਿਹੜਾ ਤੁਸੀਂ ਕਹਿੰਦੇ ਹੋ ਕਿ ਕਾਰਨ ਕੀ ਹੈਗਾ, ਕਿਤੇ ਨਾ ਕਿਤੇ ਜਿਹੜਾ ਹੈਗਾ ਪਿਓ ਦਾ ਕਰਜ਼ਾ, ਕਿਤੇ ਨਾ ਕਿਤੇ ਜਿਹੜੀ ਹੈਗੀ ਆ ਭਰਾ ਦੇ ਸੈਟਲ ਕਰਨ ਲਈ, ਮਤਲਬ ਅੱਗੇ ਉਹ ਚਾਹੀਦਾ ਕਿ ਜੇ ਸਾਡੀ ਕੁੜੀ ਚਲੀ ਜਾਊਗੀ ਤਾਂ ਭਰਾ ਨੂੰ ਵੀ ਲੈ ਜਾਏਗੀ, ਅਸੀਂ ਵੀ ਕਿਤੇ ਚਲੇ ਜਾਵਾਂਗੇ, ਸ਼ਾਇਦ ਸਾਡਾ ਵਿਦੇਸ਼ ਜਾ ਕੇ ਸੈਟਲਮੈਂਟ ਹੋ ਜਾਊਗੀ। ਵੀ ਯੂਜ਼ ਦੀ ਗਰਲ ਐਜ਼ ਐਨ ਇੰਸਟਰੂਮੈਂਟ ਔਰ ਐਜ਼ ਅ ਲੈਡਰ, ਕਿ ਉਹ ਵਿਦੇਸ਼ ਦੀ ਧਰਤੀ ਤੇ ਪਹੁੰਚਣ ਲਈ ਅਸੀਂ ਉਸ ਨੂੰ ਇਸਤੇਮਾਲ ਕੀਤਾ ਹੈ ਨਾ। ਪੇਰੈਂਟਸ ਨੇ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜਾ ਹੈਗਾ ਉਹ ਮਤਲਬ ਉਹ ਕੀਤਾ। ਕਈ ਕੇਸਾਂ 'ਚ ਹੁੰਦਾ ਕਿ ਉਹ ਤੁਸੀਂ ਕੁੜੀ ਵਾਲਿਆਂ ਨੂੰ ਅਸੀਂ ਕਹਿੰਦੇ ਜਵਾਬ ਦੇ ਦਿਓ, ਤੁਸੀਂ ਜਲਦਬਾਜ਼ੀ ਨਾ ਕਰੋ। ਜੋ ਕਹਿੰਦੇ ਅਸੀਂ ਅੱਜ ਹੀ ਵਿਆਹ ਕਰਨਾ ਜਾਂ ਹਫਤੇ ਦੇ ਅੰਦਰ ਅੰਦਰ ਵਿਆਹ ਕਰਨਾ, ਤਾਂ ਤੁਸੀਂ ਦੇਖ ਪਰਖ ਕੇ ਵਿਆਹ ਕਰੋ, ਤੁਹਾਨੂੰ ਹੱਕ ਹੈ ਪੁੱਛਣ ਦਾ। ਤਾਂ ਉਹ ਕਹਿੰਦੇ ਨਹੀਂ ਜੀ, ਜੇ ਅਸੀਂ ਜ਼ਿਆਦਾ ਪੁੱਛਿਆ ਨਾ, ਤਾਂ ਅਸੀਂ ਪਾਸਪੋਰਟ ਬਾਰੇ ਪੁੱਛਿਆ ਜਾਂ ਹੋਆ, ਤਾਂ ਅਸੀਂ ਤਾਂ ਜਵਾਬ ਦੇਣ ਨੂੰ ਤਿਆਰ ਹਾਂ, ਪਰ ਉਹ ਫਲਾਣੇ ਵਾਲੇ ਰਿਸ਼ਤਾ ਕਰਨ ਨੂੰ ਤਿਆਰ ਬੈਠੇ ਆ ਜੀ। ਤਾਂ ਮਤਲਬ ਤੁਸੀਂ ਇੱਕ ਫੈਮਿਲੀ ਅਗਰ ਜਵਾਬ ਵੀ ਦਿੰਦੀ ਹੈ ਤਾਂ ਤੁਸੀਂ ਆਪਣੀ ਬੇਟੀ ਬਾਰੇ ਜਿਹੜਾ ਹੈਗਾ ਡਿਸਾਈਡ ਕਰ ਲਿਓ, ਲੇਕਿਨ ਕੋਈ ਨਾ ਕੋਈ ਉਹਨਾਂ ਨਾਲ ਜਿਹੜਾ ਹੈਗਾ ਇਸ ਖੱਡੇ 'ਚ ਗਿਰਨ ਲਈ ਤਿਆਰ ਬੈਠਾ ਹੀ ਹੁੰਦਾ। ਤੁਸੀਂ, ਮੇਰੀ ਗਾਰੰਟੀ ਹੈ, ਤੁਸੀਂ ਅੱਜ 60 ਸਾਲ ਦਾ ਕੋਈ ਬਜ਼ੁਰਗ ਜਿਹੜਾ ਹੈਗਾ ਐਡ ਦੇਵੇਗਾ ਕਿ ਮੈਨੂੰ 25 ਸਾਲ ਦੀ ਕੁੜੀ ਨਾਲ ਵਿਆਹ ਕਰਾਉਣਾ ਜਾਂ 20 ਸਾਲ ਦੀ ਕੁੜੀ ਨਾਲ, ਤਾਂ ਕੋਈ ਨਾ ਕੋਈ ਪਰਿਵਾਰ ਜਿਹੜੇ ਹੈਗੇ ਆ ਬਹੁਤ ਰਾਜੀ ਹੋ ਜਾਣਗੇ ਇਸ ਗੱਲ ਦੇ ਉੱਤੇ। ਤਾਂ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਆਰਥਿਕ ਮਜਬੂਰੀਆਂ ਨੇ, ਕਿਤੇ ਨਾ ਕਿਤੇ ਜਿਹੜਾ ਹੈਗਾ ਬੇਟੀਆਂ ਨੂੰ ਅਸੀਂ ਇਸ ਤਰ੍ਹਾਂ ਯੂਜ਼ ਕਰਦੇ ਹਾਂ, ਕਿਤੇ ਹਸਬੈਂਡ ਜਿਹੜੇ ਹੈਗੇ ਆ ਉਹ ਆਪ ਆਈਲੈਟਸ ਨਹੀਂ ਕਰ ਪਾ ਰਹੇ, ਉਹ ਲੜਕੀਆਂ ਨੂੰ ਆਈਲੈਟਸ ਕਰਾ ਕੇ ਬਾਹਰ ਭੇਜ ਰਹੇ ਨੇ। ਕਿਤੇ ਨਾ ਕਿਤੇ ਜਿਹੜਾ ਹੈਗਾ ਮੁੰਡਿਆਂ ਨੂੰ ਆਪਣੀ ਕਮਾਂਡ ਖੁਦ ਸੰਭਾਲ ਕੇ ਆਪਣੇ ਆਪ ਨੂੰ ਐਜੂਕੇਟ ਕਰਨਾ ਪਊਗਾ, ਔਰ ਸਾਨੂੰ ਦੇਖਣਾ ਪਏਗਾ, ਜਿਸ ਤਰ੍ਹਾਂ ਅੱਖਾਂ ਖੁੱਲੀਆਂ ਰੱਖਣੀਆਂ ਪੈਣਗੀਆਂ ਜਦੋਂ ਵੀ ਅਸੀਂ ਵਿਦੇਸ਼ ਦੇ ਵਿੱਚ ਕੋਈ ਵਿਆਹ ਕਰਦੇ ਹਾਂ ਜਾਂ ਆਪਣੇ ਬੱਚੇ ਨੂੰ ਭੇਜਦੇ ਹਾਂ, ਤਾਂ ਸਾਨੂੰ ਅੱਖਾਂ ਖੋਲਣੀਆਂ ਪੈਣਗੀਆਂ, ਕਿਉਂਕਿ ਪ੍ਰੀਨੈਪਚੁਰਲ ਐਗਰੀਮੈਂਟਸ ਜਿਹੜੇ ਹੈਗੇ ਆ ਉਹ ਸਾਡੇ ਕਾਨੂੰਨ ਦੇ ਵਿੱਚ ਕਹਿ ਲਓ ਵੈਲਿਡ ਨਹੀਂ ਹੈ। ਮਤਲਬ ਵਿਆਹ ਤੋਂ ਪਹਿਲਾਂ ਅਗਰ ਤੁਸੀਂ ਜਿਹੜਾ ਅੱਜ ਸੁਣ ਰਹੇ ਹੋ ਨਾ ਤੁਸੀਂ ਕੰਟਰੈਕਟ ਮੈਰਿਜ, ਤਾਂ ਕੰਟਰੈਕਟ ਮੈਰਿਜ ਜਿਹੜਾ ਹੈਗਾ ਨਾ ਤਾਂ ਸਿੱਖਾਂ ਦੇ ਵਿੱਚ ਹੋ ਸਕਦੀ ਹੈ, ਨਾ ਹਿੰਦੂਆਂ ਦੇ ਵਿੱਚ ਹੋ ਸਕਦੀ ਹੈ, ਨਾ ਕ੍ਰਿਸਚੀਅਨਸ ਦੇ ਵਿੱਚ ਹੋ ਸਕਦੀ ਹੈ। ਕੰਟਰੈਕਟ ਮੀਨਸ ਇੱਕ ਬਿਜ਼ਨਸ ਡੀਲ ਤਰ੍ਹਾਂ ਨਾਲ,
है ना, कॉन्ट्रैक्ट हैगा। ਤੇ ਅਸੀਂ ਮੈਰਿਜ ਜਿਹੜੀ ਹੈਗੀ ਇੱਕ ਰਿਲੀਜੀਅਸ ਸੈਰੇਮਨੀ ਹੈ, ਅਸੀਂ ਉਹਨੂੰ ਇੱਕ ਪਵਿੱਤਰ ਰਿਸ਼ਤਾ ਮੰਨਦੇ ਆ, ਤਾਂ ਉਹ ਇੱਕ ਕੌਂਟਰੈਕਟ ਨਹੀਂ ਹੋ ਸਕਦੀ। ਇਸ ਕਰਕੇ ਜੇ ਕੋਈ ਮਤਲਬ ਹੋਵੇ ਵੀ, ਇੰਡੀਆ ਦੇ ਵਿੱਚ ਇੱਕ ਸਟੇਟ ਹੈਗੀ ਹੈ ਸ਼ਾਇਦ ਜਿੱਥੇ ਇਸ ਤਰ੍ਹਾਂ ਦਾ ਕੌਂਟਰੈਕਟ ਮੰਨਿਆ ਜਾ ਸਕਦਾ, ਲੇਕਿਨ ਬਾਕੀ ਸਟੇਟਸ ਜਿਹੜੀਆਂ ਹੈਗੀਆਂ ਉੱਥੇ ਕੌਂਟਰੈਕਟ, ਸੁਪਰੀਮ ਕੋਰਟ ਇਸ ਨੂੰ ਨਹੀਂ ਮੰਨਦੀ ਕਿ ਇਸ ਦੇ ਨਾਲ ਜਿਹੜੀ ਵਿਆਹ ਹੈਗਾ ਉਸ ਦੀ ਪਵਿੱਤਰਤਾ ਜਿਹੜੀ ਹੈਗੀ ਆ ਉਹ ਬਿਲਕੁਲ ਖਤਮ ਹੋ ਜਾਏਗੀ। ਪਰ ਮੇਰਾ ਮੰਨਣਾ ਇਹ ਹੈਗਾ ਕਿ ਅੱਜ ਜੇ ਸੋਚਿਆ ਜਾਵੇ, ਜੇ ਅਸੀਂ ਇਹ ਸਾਰੀਆਂ ਘਟਨਾਵਾਂ ਨੂੰ ਦੇਖਦੇ ਹਾਂ ਜਾਂ ਵੱਧਦੇ ਹੋਏ ਤਲਾਕ ਦੇ ਚੀਜ਼ਾਂ ਨੂੰ ਦੇਖਦੇ ਹਾਂ, ਤਾਂ ਅਸੀਂ ਇਹ ਦੇਖਦੇ ਹਾਂ ਕਿ ਮੈਰਿਜ ਇੰਸਟੀਟਿਊਸ਼ਨ ਸ਼ਾਇਦ ਫੇਲ ਹੋ ਚੁੱਕਿਆ ਹੈ ਜਾਂ ਹੋ ਰਿਹਾ ਹੈ। ਮਤਲਬ ਦਿਨ ਬ ਦਿਨ ਉਸ ਦਾ ਜਿਹੜਾ ਹੈਗਾ ਪੱਧਰ ਹੈ ਹੋਰ ਗਿਰਦਾ ਜਾ ਰਿਹਾ ਹੈ। ਹੁਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਬੱਚੇ ਨੇ ਜਿਹੜੇ ਲਿਵ ਇਨ ਚ ਰਹਿ ਰਹੇ ਨੇ ਇੱਥੇ ਆ ਕੇ, ਮੋਹਾਲੀ, ਚੰਡੀਗੜ੍ਹ ਆਸ-ਪਾਸ, ਔਰ ਸੁਸਾਇਟੀ ਉਹਨੂੰ ਅਸੈਪਟ ਕਰ ਰਹੀ ਹੈ। ਔਰ ਉਹ ਮੈਰਿਡ ਲੋਕ ਵੀ ਜਿਹੜੇ ਹੈਗੇ ਆ ਇੱਕ ਕਪਲ ਦੇ ਵਿੱਚ ਜਿਹੜਾ ਕੋਈ ਰਹਿ ਰਹੇ ਨੇ ਇੱਥੇ ਲਿਵ ਇਨ ਚ, ਉਹਨਾਂ ਦੇ ਵਿੱਚੋਂ ਕਈ ਜਣੇ, ਇੱਕ ਮੈਰਿਡ ਵੀ ਹੈਗਾ, ਉਹਦੇ ਆਲਰੇਡੀ ਬੱਚੇ ਵੀ ਹੈਗੇ ਆ, ਉਹ ਵੀ ਇਸ ਤਰ੍ਹਾਂ ਦੇ ਰਿਲੇਸ਼ਨਸ਼ਿਪ ਚ ਰਹਿ ਰਹੇ ਨੇ, ਤਾਂ ਉਹ ਹਾਈ ਕੋਰਟ ਤੱਕ ਪਹੁੰਚ ਰਹੇ ਨੇ ਆਪਣੇ ਰਾਈਟਸ ਨੂੰ ਲੈਣ ਵਾਸਤੇ। ਤਾਂ ਮੇਰੇ ਕਹਿਣ ਤੋਂ ਭਾਵ ਇਹ ਹੈਗਾ ਕਿ ਮੈਰਿਜ ਇੰਸਟੀਟਿਊਸ਼ਨ ਜਿਹੜਾ ਹੈਗਾ ਉਸਨੂੰ ਬਚਾਉਣਾ ਵੀ ਸਾਡੇ ਲਈ ਜ਼ਰੂਰੀ ਹੈ, ਕਿਉਂਕਿ ਜਿਹੜਾ ਅਸੀਂ ਜਿਹੜੀ ਹੈ ਜਿਹਦੀ ਸੈਰੇਮਨੀਜ਼ ਨੂੰ ਤੁਸੀਂ ਦੇਖੋਗੇ ਤਾਂ ਉਹ ਇੱਕ ਓਥ ਹੈ, ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ, ਪਰ ਜ਼ਿੰਦਗੀ ਦੀ ਸਭ ਤੋਂ ਵੱਡੀ ਚੀਜ਼ ਹੈ। ਜੇ ਤੁਸੀਂ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਕੇ ਅਗਰ ਝੂਠਾ ਵਿਆਹ ਕਰਕੇ ਤੁਸੀਂ ਉਹ ਜਾ ਰਹੇ ਹੋ, ਤਾਂ ਉਹ ਇੱਕ ਜਿਹੜਾ ਹੈਗਾ ਤੁਸੀਂ ਕੀ ਮੰਨੋਗੇ? ਤਾਂ ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਗੁਰੂ ਨੂੰ ਵੀ ਆਪਣੀ ਜਿਹੜਾ ਹੈਗਾ ਫਰਾਡ ਹੈ ਉਹਦੇ ਵਿੱਚ ਜਿਹੜਾ ਇਨਵੋਲਵ ਕਰ ਲਿਆ, ਕਿ ਫੋਟੋਆਂ ਖਿੱਚਣ ਵਾਸਤੇ ਤੁਸੀਂ ਜਿਹੜਾ ਕੰਟਰੈਕਟ ਮੈਰਿਜ ਕਰ ਰਹੇ ਹੋ। ਤਾਂ ਮਤਲਬ ਬੱਚਿਆਂ ਦੇ ਨਾਲ, ਲੜਕੇ ਲੜਕੀਆਂ ਦੇ ਨਾਲ ਜਿੰਨਾ ਵੀ ਕੁਝ ਗਲਤ ਹੋ ਰਿਹਾ ਹੈ ਉਹ ਨਹੀਂ ਹੋਣਾ ਚਾਹੀਦਾ, ਪਹਿਲੀ ਗੱਲ। ਦੂਸਰੀ ਚੀਜ਼ ਹੈ, ਇਸ ਤੋਂ ਬਚਾਅ ਦੇ ਤਰੀਕੇ ਅਪਣਾਉਣੇ ਚਾਹੀਦੇ ਨੇ। ਕਾਹਲੀ ਬਿਲਕੁਲ ਨਹੀਂ ਕਰਨੀ ਚਾਹੀਦੀ। ਅਗਰ ਕੋਈ ਤੁਸੀਂ ਭੇਜ ਰਹੇ ਹੋ ਕਿਸੇ ਨੂੰ, ਪੋਸਟ ਨੈਪਚੁਅਲ ਐਗਰੀਮੈਂਟ ਤੁਸੀਂ ਕਰ ਸਕਦੇ ਹੋ। ਉਹ ਕਿਸੇ ਨਾ ਕਿਸੇ ਤਰ੍ਹਾਂ ਕਿਤੇ ਨਾ ਕਿਤੇ ਆਪਾਂ ਉਸ ਚੀਜ਼ ਨੂੰ ਫਿਰ ਵੀ ਮਤਲਬ ਡੀਲ ਕਰ ਸਕਦੇ ਹਾਂ ਕਿ ਜੇ ਤੁਸੀਂ ਲੜਕੀ ਨੂੰ ਜਾਂ ਲੜਕੇ ਨੂੰ, ਇੱਕ ਜਣੇ ਨੂੰ ਵਿਦੇਸ਼ ਭੇਜਿਆ। ਦੂਸਰੀ ਇੱਕ ਚੀਜ਼ ਜਿਹੜੀ ਬਾਹਰ ਕਹੀ ਜਾਂਦੇ ਨੇ ਕਿ ਬਾਹਰ ਜਿਹੜਾ ਹੈਗਾ ਉਹਦੀ ਜਦੋਂ ਪੜ੍ਹਾਈ ਖਤਮ ਹੋ ਜਾਏਗੀ ਫਿਰ ਉਹ ਮਤਲਬ ਪਰਮਿਟ ਮਿਲ ਜਾਏਗਾ ਉਹਨੂੰ, ਵਰਕ ਪਰਮਿਟ, ਫਿਰ ਉਹ ਜਾ ਸਕਦਾ ਲੜਕਾ। ਐਸਾ ਨਹੀਂ ਹੈਗਾ। ਇਹਦੇ ਉੱਤੇ ਇੱਕ ਆਪਾਂ ਪੂਰਾ ਐਪੀਸੋਡ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਕਦੋਂ ਜਾ ਸਕਦੇ ਨੇ, ਕਿਸ ਕੋਰਸ ਦੇ ਜਿਹੜਾ ਜਾਂ ਕਿਸ ਕੰਟਰੀ ਦੇ ਵਿੱਚੋਂ ਕਿੰਨੇ ਦਿਨਾਂ ਦੇ ਵਿੱਚ ਲੜਕੇ ਨੂੰ ਬੁਲਾਇਆ ਜਾ ਸਕਦਾ ਹੈ। ਈਵਨ ਕਿ ਅਮਰੀਕਨ ਉਹਦੇ ਵਿੱਚ ਵੀ ਪ੍ਰੋਵੀਜ਼ਨ ਹੈ ਕਿ ਲਾਈਕ ਕਿ ਉਹ ਅਗਰ ਤੁਸੀਂ ਐਜ਼ ਏ ਫਿਆਂਸੀ ਦੇ ਤੌਰ ਤੇ ਉੱਥੇ ਜਾਣਾ ਚਾਹੁੰਦੇ ਹੋ, ਉੱਥੇ ਮੈਰਿਜ ਕਰਨਾ ਚਾਹੁੰਦੇ ਹੋ, ਤਾਂ ਲੜਕਾ ਤੁਹਾਨੂੰ ਉੱਥੇ ਬੁਲਾ ਲੇਗਾ, ਉੱਥੇ ਜਾ ਕੇ ਤੁਸੀਂ ਮੈਰਿਜ ਕਰ ਸਕਦੇ ਹੋ। ਤਾਂ ਡਿਫਰੈਂਟ ਮੇਰੀਆਂ ਖਿਆਲ ਹੈ ਕਿ ਉਹਦੇ ਵਿੱਚ ਆਪ ਪੜ੍ਹਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਅੱਜ ਕੱਲ ਇੱਕ ਇੰਟਰਨੈਟ ਦੇ ਉੱਤੇ, ਇੱਕ ਕਲਿੱਕ ਦੇ ਉੱਪਰ ਸਭ ਕੁਝ ਮੌਜੂਦ ਹੈ। ਤੁਸੀਂ ਐਮਬੈਸੀਜ਼ ਦੇ ਵਿੱਚ ਆਪ ਜਿਹੜਾ ਹੈਗਾ ਐਮਬੈਸੀਜ਼ ਦੀ ਸਾਈਟ ਦੇ ਉੱਪਰ ਜਾ ਕੇ ਉਹਨੂੰ ਚੈੱਕ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਕੋਰਸਿਸ ਦੇ ਨਾਲ ਤੁਸੀਂ ਉੱਥੇ ਜਲਦੀ ਪਹੁੰਚ ਸਕਦੇ ਹੋ। ਤੁਸੀਂ ਆਪਣੀ ਉੱਥੇ ਕਿਵੇਂ ਜ਼ਮੀਨ ਖਰੀਦ ਸਕਦੇ ਹੋ, ਕਿਹੜੇ ਕੰਟਰੀ 'ਚ ਖਰੀਦ ਸਕਦੇ ਹੋ। ਇਹ ਕੋਈ ਖਾਸ ਵੱਡੀ ਗੱਲ ਨਹੀਂ ਹੈ। ਜੇ ਤੁਸੀਂ 10 ਦਿਨ ਲਗਾਓਗੇ ਤਾਂ ਉਹਦੇ ਤੇ ਤੁਹਾਨੂੰ ਨੌਲੇਜ ਜ਼ਰੂਰ ਹੋ ਜਾਏਗੀ। ਤਾਂ ਮੇਰਾ ਮਤਲਬ ਇਹ ਹੈਗਾ ਕਿ ਇਹਦੇ ਕਾਰਨ ਵੱਖਰੇ ਵੱਖਰੇ ਹੋ ਸਕਦੇ ਆ ਇਸ ਲੁੱਟ ਖਸੁੱਟ ਦੇ, ਬਟ ਕਿਤੇ ਨਾ ਕਿਤੇ ਜਿਹੜਾ ਹੈਗਾ ਅਸੀਂ ਆਪਣੇ ਆਪ ਨੂੰ, ਆਪਣੀ ਇਨਸਾਨੀਅਤ ਨੂੰ ਨੀਵਾਂ ਨਾ ਕਰੀਏ। ਤੇ ਜਿੱਥੇ ਕਿਤੇ ਵੀ ਹੋ ਸਕਦਾ, ਅਸੀਂ ਤਾਂ ਕਹਿੰਦੇ ਲੰਗਰ ਲਾਉਣੇ ਆ, ਅਸੀਂ ਤਾਂ ਕਹਿੰਦੇ ਆ ਕਿ ਅਸੀਂ ਮਤਲਬ ਬੜੇ ਧਾਰਮਿਕ ਪੰਜਾਬੀ ਨੇ ਸਾਰੇ, ਚਾਹੇ ਕਿਸੇ ਵੀ ਧਰਮ ਦਾ, ਤਾਂ ਉੱਥੇ ਕਿਸੇ ਨਾ ਕਿਤੇ ਜਗ੍ਹਾ ਤੇ ਹਿਊਮੈਨਿਟੇਰੀਅਨ ਜਿਹੜੀਆਂ ਗਰਾਊਂਡਸ ਹੈਗੀਆਂ, ਹਿਊਮੈਨਿਟੀ ਨੂੰ ਸਭ ਤੋਂ ਉੱਤੇ ਰੱਖਿਆ ਜਾਣਾ ਚਾਹੀਦਾ, ਨਾ ਕਿ ਲੜਕਾ ਜਿਹੜਾ ਹੈਗਾ ਇਹ ਸੁਸਾਈਡ ਕਰਕੇ ਗਿਆ ਜਿਹੜਾ। ਇਸ ਗੱਲ ਨੂੰ ਬਹੁਤ ਸਾਰੇ ਮਤਲਬ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਇੰਨਾ ਬੁਰਾ ਜਿਹੜਾ ਹੈਗਾ ਨਹੀਂ ਹੋਣਾ ਚਾਹੀਦਾ ਸੀਗਾ। ਜੇ ਹੋਇਆ ਤਾਂ ਅੱਗੋਂ ਕਿਸੇ ਹੋਰ ਦੇ ਨਾਲ ਇਹ ਨਾ ਹੋਵੇ। ਹੁਣ ਬੜੇ ਲੋਕ ਜਿਹੜੇ ਵੀਡੀਓਜ਼ ਬਣਾ ਕੇ ਕਹਿ ਰਹੇ ਨੇ ਸਾਡੇ ਨਾਲ ਵੀ ਇਹ ਹੋਇਆ, ਨਾ ਹੀ ਇਹ ਹੋਇਆ। ਤੁਸੀਂ ਆਪਣੀ ਕਾਨੂੰਨੀ ਲੜਾਈ ਲੜੋ, ਬਹੁਤ ਅੱਛੀ ਲੜਾਈ ਲੜੋ, ਤੁਸੀਂ ਕਿਤੇ ਨਾ ਕਿਤੇ ਜ਼ਰੂਰ ਪਹੁੰਚੋਗੇ। ਸਾਡੀ ਜ਼ਰੂਰਤ ਹੈਗੀ, ਅਸੀਂ ਤੁਹਾਨੂੰ ਬਿਲਕੁਲ ਜਿਹੜਾ ਹੈਗਾ ਫ੍ਰੀ ਦੱਸਣ ਲਈ ਤਿਆਰ ਹਾਂ ਕਿ ਤੁਸੀਂ ਕੀ ਕਰੋ ਔਰ ਕੀ ਨਾ ਕਰੋ, ਲੇਕਿਨ ਕਿਸੇ ਦੇ ਚਾਂਸੇ 'ਚ ਨਾ ਆਓ ਤੇ ਨਾ ਹੀ ਜਿਹੜਾ ਹੈਗਾ ਤੁਸੀਂ ਸੁਸਾਈਡ ਕਰੋ, ਕਿਉਂਕਿ ਉਸ ਦੇ ਨਾਲ ਜਿਹੜਾ ਹੈਗਾ ਬਹੁਤ ਸਾਰੇ ਰਿਸ਼ਤੇ ਜਿਹੜੇ ਜੁੜੇ ਹੁੰਦੇ ਆ, ਉਹਨਾਂ ਨੂੰ ਤੁਸੀਂ ਇੱਕ ਮਤਲਬ ਐਸੇ ਦਰਦ ਦੇ ਕੇ ਜਾਂਦੇ ਹੋ ਜਿਨ੍ਹਾਂ ਦਰਦਾਂ ਦਾ ਉਸ ਦੇ ਵਿੱਚ ਕੋਈ ਵੀ ਮਤਲਬ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪੈ ਜਾਂਦਾ ਜੀ। ਸ਼ੁਕਰੀਆ ਦਲਜੀਤ ਕੌਰ ਜੀ, ਧੰਨਵਾਦ ਸਾਨੂੰ ਸੁਣਨ ਲਈ।
ਸੋ ਮੇਰੇ ਨਾਲ ਮੌਜੂਦ ਸਨ ਐਡਵੋਕੇਟ ਦਲਜੀਤ ਕੌਰ। ਅਸੀਂ ਗੱਲਬਾਤ ਜਿਹੜੀ ਹੈ ਉਹ ਐਪੀਸੋਡ ਸ਼ੁਰੂ ਕੀਤੇ ਨੇ ਕਿ ਆਖਿਰਕਾਰ ਪ੍ਰਵਾਸ ਦਾ ਕਾਰਨ ਕੀ ਹੈ। ਮੁੱਢਲੀ ਗੱਲਬਾਤ ਜਿਹੜੀ ਆ ਉਹ ਇੱਥੋਂ ਸ਼ੁਰੂ ਕੀਤੀ ਆ, ਪਰਿਵਾਰਾਂ ਦੇ ਵਿੱਚ ਕੀ ਕੁਝ ਹੁੰਦਾ। ਹੁਣ ਅੱਗੇ ਅਸੀਂ ਗੱਲਬਾਤ ਹੋਰ ਵਧਾਵਾਂਗੇ ਕਿ ਆਖਿਰਕਾਰ ਇਹਨਾਂ ਕੇਸਾਂ ਦੇ ਪਿੱਛੇ ਸੱਚਾਈ ਕੀ ਹੈ। ਤੁਸੀਂ ਕਿਵੇਂ ਆਪਣਾ ਕੇਸ ਅੱਗੇ ਲੜ ਸਕਦੇ ਹੋ, FIR ਲੌਂਚ ਕਿਵੇਂ ਹੋਵੇ, ਜਿਹੜੇ ਕੰਟਰੈਕਚੁਅਲ ਮੈਰਿਜ ਹੁੰਦੀਆਂ ਨੇ ਉਹਨਾਂ ਦੇ ਵਿੱਚ, ਤੇ ਜਿਹੜੇ ਅਸੀਂ ਵਿਆਹ ਕਰਾਉਂਦੇ ਆ ਕਿਸ ਤਰ੍ਹਾਂ ਅਸੀਂ ਧੋਖਾ ਰੱਖਦੇ ਆ ਇੱਕ ਦੂਜੇ ਨੂੰ, ਜਿਹੜਾ ਅਸੀਂ ਧੋਖੇ ਵਿੱਚ ਰੱਖ ਕੇ ਜਦੋਂ ਇਹੋ ਜਿਹੇ ਕਦਮ ਚੱਕਦੇ ਆ, ਕਾਨੂੰਨ ਦੀ ਦੁਰਵਰਤੋਂ ਕਰਦੇ ਆ, ਇਹ ਸਾਰਾ ਕੁਝ ਉਸੇ ਤੋਂ ਪੈਦਾ ਹੁੰਦਾ। ਫਿਰ ਬੰਦਾ ਡਿਪਰੈਸ਼ਨ ਵਿੱਚ ਜਾਂਦਾ, ਫਿਰ ਉਹ ਕੋਈ ਨਾ ਕੋਈ ਇਹੋ ਜਿਹਾ ਕਦਮ ਚੁੱਕਦਾ ਜਿਹਦੇ ਨਾਲ ਜਿਹੜੀ ਉਹ ਸਮਾਜ ਦੇ ਵਿੱਚ ਚਰਚਾ ਹੁੰਦੀ ਹੈ। ਪਹਿਲਾਂ ਤੁਸੀਂ ਇਹਨਾਂ ਗੱਲਾਂ ਉੱਤੇ ਕਿਉਂ ਨਹੀਂ ਵਿਚਾਰਿਆ? ਜੇ ਸੋਚ ਲਿਆ ਹੁੰਦਾ ਤਾਂ ਅੱਜ ਸਾਡੇ ਪਰਿਵਾਰਾਂ ਦੇ ਵਿੱਚ ਸ਼ਾਇਦ ਇਹ ਕੁਝ ਨਾ ਵਾਪਰਦਾ। ਕਾਫੀ ਕਹਾਣੀਆਂ ਨੇ ਇਹਦੇ ਵਿੱਚ ਜਿਨ੍ਹਾਂ ਉੱਤੇ ਜਿਹੜੀ ਚਰਚਾ ਅਸੀਂ ਅੱਗੇ ਅੱਗੇ ਕਰਦੇ ਰਵਾਂਗੇ ਤਾਂ ਕਿ ਤੁਹਾਡੇ ਤੱਕ ਇੱਕ ਸਹੀ ਤੇ ਸਟੀਕ ਜਾਣਕਾਰੀ ਪਹੁੰਚੇ। ਮੈਨੂੰ ਇਜਾਜ਼ਤ ਦਿਓ, ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤੁਹਾਡੇ ਜੇ ਸਵਾਲ ਨੇ ਤੁਸੀਂ ਉਹ ਵੀ ਜ਼ਰੂਰ ਰੱਖਿਓ। ਪੰਜਾਬਿਸਤਾਨ ਟੀਵੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।